पंजाबी नैशनल टीवी देख रहे दर्शकों का स्वागत। मैं हाँ सवलीन कौर जस्सर ते प्रोग्राम है विचार चर्चा। अज इस प्रोग्राम के विच साडे नाल माहिर मेहमान होणगे सरदार गुरनाम सिंह बिलगा जी ते अमृतपाल शर्मा जी, जिन्हां दे नाल असीं गलबात करांगे पंजाब दी राजनीति दी। खट्टर ने एक बार फिर किसानां लई दित्ते विवादित बयान दी। इस तो इलावा होर भी बहुत सारे भखदे होए मुद्दे ने जिहड़े असीं अज इस प्रोग्राम दे विच विचारांगे। प्रोग्राम की शुरुआत करन तो पहलां अपने माहिर मेहमानां दा स्वागत कर लैंदे आं। सत श्री अकाल गुरनाम जी, सत श्री अकाल शर्मा जी, स्वागत है जी तुहाडा। शुक्रिया सुनील जी। शर्मा जी, अज दे प्रोग्राम की शुरुआत एक तत्ते जे मुद्दे तो करते हैं। सुखबीर सिंह बादल ते नवजोत सिंह सिद्धू अज खड़क रहे हैं एक दूजे नाल। देखो मुद्दा ते तत्ता होना ही है, गर्मी वैसे ही बहुत है ते मानसून का पहला रौला सीगा कि 15 दिन अगाऊ ने, पर हुण कह रहे हैं कि सुस्त हो गई ते थोड़े दिन ठहर के आउणगीਆਂ। तुसीं गल कीती आ इन्हां दोनां लीडरां दे आपस च खैबड़न दी ते इन्हां दे तत्ते होण दी। देखो इन्हां ने इन्हां दा विजन ही इह है, ये आपस दे विच ही बोलदे ने। ਤੁਸੀਂ ਸੁਣਿਆ ਇਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਜਾਂ ਕਿਸੇ ਵੀ ਹੋਰ ਲੀਡਰ ਨੂੰ, ਮੈਂ ਇਕੱਲੇ ਪੰਜਾਬ ਦੀ ਨਹੀਂ ਗੱਲ ਕਰਦਾ, ਕਰੇ ਪੂਰੇ ਹਿੰਦੁਸਤਾਨ ਦੀ ਗੱਲ ਕਰ ਲਓ, ਕਿਸੇ ਲੀਡਰ ਨੂੰ ਸੁਣਿਆ ਤੁਸੀਂ ਕੋਈ ਲੋਕ ਪੱਖੀ ਗੱਲ ਕਰਦੇ ਹੋ? ਬਿਲਕੁਲ ਨਹੀਂ। ਕਿਸੇ ਲੀਡਰ ਨੇ ਇਹ ਗੱਲ ਕਹੀ ਹੋਵੇ ਕਿ ਮਹਾਮਾਰੀ ਤੋਂ ਬਾਅਦ ਜਾਂ ਕੁਝ ਹਾਲਾਤਾਂ ਤੋਂ ਬਾਅਦ ਜੇ ਕਿਸੇ ਨੂੰ ਕੋਈ ਢੇਲਾ ਰੁਪਈਆ ਦੇਣ ਦੀ ਗੱਲ ਕੀਤੀ, ਕਿਸੇ ਨੇ ਨੌਕਰੀ ਦੇਣ ਦੀ ਗੱਲ ਨਹੀਂ ਕੀਤੀ, ਕਿਸੇ ਨੇ ਨੌਕਰੀ ਦੇਣ ਦੀ ਗੱਲ ਕੀਤੀ ਹੋਵੇ। 6.5 ਲੱਖ ਕਰੋੜ ਦਾ ਪੈਕੇਜ ਕੱਲ ਇਹਨਾਂ ਨੇ ਐਲਾਨ ਕਰ ਦਿੱਤਾ। ਮਾਨਯੋਗ ਫਾਈਨਾਂਸ ਮਿਨਿਸਟਰ ਭਾਰਤ ਨੇ, ਉਹਨਾਂ ਨੇ ਰੁਪਈਆ ਕਿਸੇ ਨੂੰ ਦੇਣ ਦੀ ਗੱਲ ਨਹੀਂ ਕੀਤੀ। ਗੱਲ ਕੀ ਕੀਤੀ ਆ? ਕਰਜ਼ੇ ਦੇਣ ਦੀ। ਤੇ ਇਹ ਦੋਨੋਂ ਵੱਡੇ ਲੀਡਰ ਨੇ ਪੰਜਾਬ ਦੇ। ਸਾਰਾ ਪੰਜਾਬ ਚੋਣਾਂ ਦੇ ਲਈ ਬਿਲਕੁਲ ਤਿਆਰ ਆ ਤੇ ਇਹਨਾਂ ਦੇ ਮੂੰਹ ਵੱਲ ਦੇਖ ਰਿਹਾ ਵੀ ਕਰਨਾ ਕੀ ਆ। ਕਿਸੇ ਤੋਂ ਕੋਈ ਆਸ ਇਹਨਾਂ ਨੂੰ ਲੱਗਦੀ ਹੈ ਲੋਕਾਂ ਨੂੰ, ਇਹ ਦੇਖ ਰਹੇ ਨੇ ਕਿ ਇਹਨਾਂ ਦੀ ਸਰਕਾਰ ਬਣੇਗੀ ਜਾਂ ਉਹਨਾਂ ਦੀ ਬਣੇਗੀ ਜਾਂ ਤੀਜਿਆਂ ਦੀ ਬਣੇਗੀ ਤੇ ਕੀ ਪੰਜਾਬ ਦਾ ਭਲਾ ਹੋਊਗਾ, ਕੀ ਪੰਜਾਬ ਲਈ ਨਿਕਲ ਕੇ ਆਏਗਾ ਉਹਨਾਂ ਇਲੈਕਸ਼ਨਸ ਤੋਂ ਬਾਅਦ। 47 ਤੋਂ ਲੈ ਕੇ ਹੁਣ ਤੱਕ 53 ਸਾਲ ਪਿਛਲੇ ਲਾ ਲਓ ਤੇ 21 ਹੁਣ ਲਾ ਲਓ, 74-75 ਸਾਲ ਹੋ ਗਏ ਆ ਪੰਜਾਬ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਜਾਂ ਹਿੰਦੁਸਤਾਨ ਦੇ ਲੋਕਾਂ ਨੂੰ ਇਹਨਾਂ ਲੀਡਰਾਂ ਦਾ ਮੂੰਹ ਦੇਖਦੇ ਆ। ਤੇ ਇਹ ਕਿਹੜਾ ਮੂੰਹ ਦਿਖਾ ਰਹੇ ਨੇ? ਸੁਖਬੀਰ ਸਿੰਘ ਬਾਦਲ ਸਿਆਣੇ ਬਿਆਣੇ ਨੇ, ਕਿੰਨੀ ਵਾਰ ਐਮਪੀ ਤੇ ਕਿੰਨੀ ਵਾਰ ਐਮਐਲਏ ਬਣ ਚੁੱਕੇ ਨੇ, ਡਿਪਟੀ ਮੁੱਖ ਮੰਤਰੀ ਰਹਿ ਚੁੱਕੇ ਨੇ, ਪਾਰਟੀ ਦੇ ਪ੍ਰਧਾਨ ਨੇ ਤੇ ਬਿਲਕੁਲ ਕਮਰ ਕੱਸਾ ਕੀਤਾ ਹੋਇਆ। ਤੇ ਕੀ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਇੱਕ ਅਨਗਾਈਡਡ ਮਿਜ਼ਾਈਲ ਨੇ, ਪਤਾ ਨਹੀਂ ਉਹ ਕਿੱਥੇ ਡਿੱਗਣੀ ਆ ਤੇ ਉਹਨਾਂ ਨੂੰ ਆਪਣਾ ਨਿਸ਼ਾਨਾ ਨਹੀਂ ਪਤਾ। ਤੇ ਦੂਸਰੇ ਪਾਸੇ ਉਹ ਵੀ ਆਪਣੇ ਆਪ ਨੂੰ ਪੰਜਾਬ ਦਾ ਮੁੱਖ ਮੰਤਰੀ ਵੀ ਸਮਝਦੇ ਨੇ ਤੇ ਹਿੰਦੁਸਤਾਨ ਦਾ ਬਹੁਤ ਵੱਡਾ ਚਿਹਰਾ ਸਮਝਦੇ ਨੇ ਤੇ ਬਹੁਤ ਸਿਆਣਾ ਵੀ ਸਮਝਦੇ ਨੇ। ਨਵਜੋਤ ਸਿੰਘ ਸਿੱਧੂ ਕ੍ਰਿਕਟ ਵੀ ਖੇਡਦੇ ਰਹੇ ਨੇ, ਕਮੈਂਟਰੀ ਵੀ ਕਰਦੇ ਰਹੇ ਨੇ, ਕਮੇਡੀ ਵੀ ਕਰਦੇ ਰਹੇ ਨੇ ਤੇ ਹੁਣ ਲੀਡਰੀ ਵੀ ਕਰਦੇ ਨੇ, ਕਾਫੀ ਦੇਰ ਤੋਂ ਐਮਪੀ ਵੀ ਰਹੇ ਨੇ। ਉਹ ਕਹਿ ਰਹੇ ਨੇ ਕਿ ਮੈਂ ਤੇਰੇ ਜਿਹੜੇ ਮਹਿਲ ਆ ਉਹਨਾਂ ਨੂੰ ਲੈ ਕੇ ਬਿਲਕੁਲ ਗਾਈਡਡ ਆ। ਜੋ ਤੂੰ ਕਰਪਸ਼ਨ ਦੇ ਨਾਲ ਬਿਜ਼ਨਸ ਬਣਾਏ ਨੇ ਉਹਨਾਂ ਨੂੰ ਮੈਂ ਸਕੂਲ ਦੇ ਵਿੱਚ ਪਰਿਵਰਤਨ ਕਰਕੇ ਹਸਪਤਾਲਾਂ 'ਚ ਪਰਿਵਰਤਨ ਕਰਨ ਲਈ ਦਿਸ਼ਾ ਦੇ ਵਿੱਚ ਕੰਮ ਕਰ ਰਿਹਾ। ਉਹ ਕਹਿੰਦੇ ਆ ਮਿਸਗਾਈਡਡ ਮਿਜ਼ਾਈਲ ਹੈ, ਉਹ ਕਹਿੰਦੇ ਮੈਂ ਪ੍ਰੋਪਰਲੀ ਗਾਈਡਡ ਆ ਤੇਰੇ ਕੁਨਬੇ ਨੂੰ ਖਤਮ ਕਰਨ ਲਈ, ਤੇਰੇ ਬਿਜ਼ਨਸ ਨੂੰ ਜਿਹੜਾ ਤੂੰ ਬੇਈਮਾਨੀ ਨਾਲ ਬਣਾਇਆ ਉਹਨੂੰ ਕਰਨ ਲਈ। ਇੱਕ ਅੱਧੀ ਗੱਲ ਸੋਹਣੀ ਲੱਗਦੀ ਆ ਕਿ ਦੋਨੇ ਆਪਸ 'ਚ ਲੜਦੇ ਨੇ ਤੇ ਇੱਕ ਦੂਜੇ ਤੇ ਤੰਜ਼ ਕੱਸਦੇ ਨੇ, ਪਰ ਇਸ ਦੇ ਵਿੱਚੋਂ ਨਿਕਲ ਕੇ ਕੀ ਆਉਂਦਾ? ਪੰਜਾਬ ਦਾ ਭਲਾ ਕੀ ਹੁੰਦਾ? ਗੱਲ ਕਿੱਥੇ ਖੜੀ ਆ? 3 ਕਰੋੜ ਲੋਕ ਤੁਹਾਡਾ ਮੂੰਹ ਦੇਖ ਰਹੇ ਆ ਤੇ ਤੁਸੀਂ ਆਪਸ ਦੇ ਵਿੱਚ ਲੜ ਰਹੇ ਆ। ਜੇ ਸਿੱਧੂ ਨੇ ਉਹਦੇ ਕੁਨਬੇ ਦੇ ਵਿੱਚ ਉਹਨੂੰ ਲੱਗਦਾ ਸੀਗਾ ਕਿ ਉਹਨੇ ਕਰਪਸ਼ਨ ਦਾ ਬਿਜ਼ਨਸ ਕੀਤਾ ਜਾਂ ਉਹਨੇ ਬਹੁਤ ਕੀਤਾ, ਜਿੱਦਣ ਇਹਨੂੰ ਬਿਜਲੀ ਮੰਤਰੀ ਬਣਾਇਆ ਸੀ ਤੇ ਬੈਠ ਕੇ ਕੰਮ ਕਰਕੇ ਦਿਖਾਉਂਦਾ 4 ਸਾਲ। ਤੇ ਉਧਰ ਸੁਖਬੀਰ ਸਿੰਘ ਬਾਦਲ ਸਾਹਿਬ ਜੇ ਹੁਣ ਸੱਤਾ ਲੈਣ ਲਈ ਬਹੁਤ ਕਾਲੇ ਨੇ ਤੇ ਪਿਛਲੇ 10 ਸਾਲਾਂ 'ਚ ਉਹਨਾਂ ਨੇ ਕੀ ਕਾਰਜਕਾਰੀਆਂ ਕੀਤੀਆਂ ਨੇ? ਬਿਲਕੁਲ। ਸੋ ਇਹ ਟਵਿੱਟਰ ਦੀ ਜਿਹੜੀ ਜੰਗ ਆ, ਇੱਕ ਨਵਾਂ ਕੰਮ ਲੱਭ ਪਿਆ ਤੇ ਕਿੰਨਾ ਕੋ ਬੰਦੇ ਰੱਖੇ ਹੋਏ ਨੇ ਸਾਰਿਆਂ ਨੇ। ਆਪ ਤੇ ਟਵਿੱਟਰ ਨਾ ਸਿੱਧੂ ਚਲਾਉਂਦਾ ਹੋਣਾ ਤੇ ਨਾ ਸੁਖਬੀਰ ਸਿੰਘ ਬਾਦਲ ਜੀ ਚਲਾਉਂਦੇ ਹੋਣੇ। ਬਿਲਕੁਲ। ਕਿੰਨਾ ਚੰਗਾ ਹੁੰਦਾ ਜਿੰਨੀ ਛੇਤੀ ਇਹ ਜਵਾਬ ਦਿੰਦੇ ਨੇ ਉਨੀ ਜਲਦੀ ਕਿਤੇ ਪੰਜਾਬ ਦਾ ਸੁਧਾਰ ਵੀ ਕਰਦੇ, ਉਨੀ ਛੇਤੀ ਪੰਜਾਬ ਦੇ ਮੁੱਦਿਆਂ ਦੀ ਵੀ ਗੱਲ ਕਰਦੇ। ਬਿਲਕੁਲ। ਨਵਜੋਤ ਸਿੰਘ ਸਿੱਧੂ ਪਿਛਲੇ 90-95 ਦਿਨ ਤੋਂ ਉਸ ਅਧਿਆਪਕ ਲਈ ਬੋਲੇ ਨੇ ਜਿਹੜਾ ਟਾਵਰ ਤੇ ਬੈਠਾ। ਬਿਲਕੁਲ। ਕਿਸੇ ਕੋਈ ਵੀ ਨਹੀਂ ਬੋਲਿਆ ਉਹਦੇ ਲਈ, ਪੂਰੇ ਪੰਜਾਬ ਦੇ ਵਿੱਚੋਂ ਕੋਈ ਵੀ ਇੱਕ ਲੀਡਰ ਬੋਲਿਆ? ਇਸ ਮਹਾਮਾਰੀ ਤੋਂ ਬਾਅਦ ਜੋ ਹਾਲਾਤ ਬਣੇ ਨੇ ਕਿਸੇ ਨੇ ਕੋਈ ਗੱਲ ਚੰਗੀ ਕੀਤੀ ਆ ਹੁਣ ਤੱਕ? ਇਹਨਾਂ ਨੂੰ ਇਲੈਕਸ਼ਨ ਦਿਸ ਰਹੀਆਂ ਕਿ 7 ਮਹੀਨੇ ਰਹਿ ਗਏ, ਮਹਾਮਾਰੀ ਤੇ ਵੀ ਰਾਜਨੀਤੀ ਕੀਤੀ ਇਹਨਾਂ ਨੇ ਖੂਬ। ਬਿਲਕੁਲ। ਸੋ ਇਹਨਾਂ ਦੀ ਜਿਹੜੀ ਟਵਿੱਟਰ ਦੀ ਜੰਗ ਆ ਉਹ ਸੋਹਣੀ ਲੱਗਦੀ ਆ ਸੁਣਨ ਲਈ ਕਿ ਦੋ ਵੱਡੇ ਲੀਡਰ ਨੇ ਤੇ ਆਪਸ 'ਚ ਇੱਕ ਦੂਜੇ ਨੂੰ ਬੋਲ ਰਹੇ ਨੇ, ਲੋਕਾਂ ਦਾ ਜਿਹੜਾ ਮਨੋਰੰਜਨ ਉਹਦੇ ਨਾਲ ਹੋ ਰਿਹਾ ਤੇ ਲੋਕਾਂ ਨੂੰ ਇਹ ਵੀ ਲੱਗਦਾ ਆ ਕਿ ਸਿੱਧੂ ਬਹੁਤ ਕੌੜਾ ਆ ਤੇ ਉਹ ਸੁਖਬੀਰ ਨੂੰ ਪੈ ਰਿਹਾ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੇ ਬੰਦੇ ਉਹਨਾਂ ਨੂੰ ਲੱਗਦਾ ਹੋਣਾ ਕਿ ਸਾਡਾ ਪ੍ਰਧਾਨ ਬਹੁਤ ਚੰਗਾ ਹੈ, ਉਹਨੇ ਸਿੱਧੂ ਨੂੰ ਅਨਗਾਈਡਡ ਮਿਜ਼ਾਈਲ ਦੱਸਤਾ ਤੇ ਉਹਨੂੰ ਦੱਸਤਾ ਵੀ ਸਿੱਧੂ ਨੂੰ ਕੁਝ ਨਹੀਂ ਪਤਾ ਲੱਗਦਾ। ਚਟਕਾਰੇ ਲੈਣ ਨੂੰ ਗੱਲਾਂ ਚੰਗੀਆਂ ਨੇ ਪਰ ਕੋਈ ਸੁਹਿਰਦਤਾ ਵਾਲੀ ਗੱਲ ਨਹੀਂ। ਸੁਹਿਰਦਤਾ ਵਾਲੀ ਗੱਲ ਕਿਹੜੀ ਆ? ਪੰਜਾਬ ਦੇ ਭਲੇ ਦੀ ਗੱਲ ਕਿਹੜੀ ਆ? ਲੋਕਤੰਤਰ ਦੇ ਭਲੇ ਦੀ ਗੱਲ ਕਿਹੜੀ ਆ? ਲੋਕਾਂ ਦੇ ਹਿੱਤ ਦੀ ਕਿਹੜੀ ਗੱਲ ਆ? ਬਿਲਕੁਲ ਸਾਹਿਬ, ਸਿੱਧੂ ਦੀ ਗੱਲ ਚੱਲ ਰਹੀ ਹੈ ਤੇ ਕੱਲ ਦੇ ਬੜੇ ਚਰਚਾ 'ਚ ਨੇ। ਉਹ ਕੱਲ ਕਹਿੰਦੇ ਸੀ ਮੀਟਿੰਗ ਕਰਨ ਚੱਲੇ ਨੇ, ਸ਼ਾਮ ਨੂੰ ਰਾਹੁਲ ਗਾਂਧੀ ਨੇ ਕੋਈ ਨਵਾਂ ਹੀ ਸੱਪ ਕੱਢਦਾ। ਪਹਿਲਾਂ ਤਾਂ ਇਸ ਗੱਲ ਦਾ ਵਿਚਾਰ ਕਰਨ ਤੋਂ ਪਹਿਲਾਂ ਆਪਾਂ ਗੱਲ ਸ਼ਰਮਾ ਜੀ ਦੀ ਗੱਲ ਦੇ ਨਾਲ ਜੋੜਦੇ ਹਾਂ ਕਿ ਸੁਖਬੀਰ ਬਾਦਲ ਦੀ ਪਹਿਚਾਣ ਕੀ ਆ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਲੜਕਾ ਹੋਣਾ। ਬਿਲਕੁਲ। ਚਾਹੇ ਉਹ ਪਾਰਟੀ ਪੱਧਰ ਤੇ ਚਾਹੇ ਉਹਨਾਂ ਦਾ ਰਾਜਨੀਤਿਕ ਪੱਧਰ ਤੇ ਆਪਾਂ ਸਾਰੀ ਦੇਖੀਏ।
ਪਰ ਇੱਕ ਦੇਖਦੇ ਆ ਕਿ ਸੁਖਬੀਰ ਬਾਦਲ ਦੇ ਬਿਆਨਾਂ ਨੂੰ ਸ਼ੁਰੂ ਤੋਂ ਹੀ ਕੋਈ ਜਿਹੜੇ ਰਾਜਨੀਤਿਕ ਮਾਹਰ ਨੇ ਉਹ ਤਾਂ ਗੰਭੀਰ ਸਮਝਦੇ ਨਹੀਂ, ਚਾਹੇ ਉਹ ਡਿਪਟੀ ਸੀਐਮ ਦੇ ਹੁੰਦਿਆਂ ਸੀ ਤੇ ਚਾਹੇ ਅੱਜ ਕੱਲ ਉਹ ਐਮਪੀ ਦੇ ਹੁੰਦੇ ਆ। ਆਮ ਜਨਤਾ ਵੀ ਨਹੀਂ ਇਹਨੂੰ ਸੀਰੀਅਸ ਲੈਂਦੀ। ਆਮ ਜਨਤਾ ਵੀ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਨੂੰ ਕੋਈ ਬਾਹਲਾ ਸੀਰੀਅਸ ਨਹੀਂ ਲੈਂਦੀ, ਕਿਉਂਕਿ ਉਹਨਾਂ ਦੇ ਜਿਹੜੇ ਬਿਆਨ ਹੁੰਦੇ ਆ ਉਹ ਤੋਲ ਮੋਲ ਕੇ ਨਹੀਂ ਦਿੱਤੇ ਜਾਂਦੇ, ਸਮੇਂ-ਸਮੇਂ ਤੇ ਜਦੋਂ ਵੀ ਉਹਨੂੰ ਠੀਕ ਲੱਗਦਾ ਉਹਦੇ ਮੂੰਹ ਚੋਂ ਨਿਕਲਦਾ ਉਹ ਕੱਢ ਦਿੰਦਾ। ਜੀ ਜੀ। ਉਹਦੇ ਮੁਕਾਬਲੇ ਜੇ ਨਵਜੋਤ ਸਿੰਘ ਸਿੱਧੂ ਦੀ ਆਪਾਂ ਜੇ ਗੱਲ ਕਰਾਂਗੇ ਨਾ, ਤੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਬਹੁਤ ਵੱਡੇ ਤਬਕੇ ਦੀਆਂ, ਜਿਹੜੇ ਭਾਵੇਂ ਉਹ ਕਾਂਗਰਸੀ ਨਹੀਂ ਹੈਗੇ, ਚਾਹੇ ਉਹ ਬੀਜੇਪੀ ਦੇ ਨਹੀਂ, ਚਾਹੇ ਅਕਾਲੀ ਨਹੀਂ ਹੈਗੇ, ਆਮ ਜਿਹੜੇ ਲੋਕ ਆ, ਨਵਜੋਤ ਸਿੰਘ ਸਿੱਧੂ ਦੇ ਚਿਹਰੇ ਦੇ ਉੱਤੇ ਆਮ ਲੋਕਾਂ ਦੀਆਂ ਆਸਾਂ ਬਹੁਤ ਵੱਡੀਆਂ ਲੱਗੀਆਂ ਹੋਣਗੀਆਂ। ਨਵਜੋਤ ਸਿੰਘ ਸਿੱਧੂ ਦੇ ਵਿੱਚ 100 ਕਮੀਆਂ ਹੋਣਗੀਆਂ, ਚਾਹੇ ਉਹਨੇ ਬੀਜੇਪੀ 'ਚ ਰਹਿੰਦੇ ਆ ਕਾਂਗਰਸ ਨੂੰ, ਮਨਮੋਹਨ ਸਿੰਘ ਨੂੰ, ਬੀਬੀ ਸੋਨੀਆ ਗਾਂਧੀ ਨੂੰ ਬਥੇਰਾ ਭੰਡਿਆ ਤੇ ਜਦੋਂ ਬੀਜੇਪੀ ਸੀਗੇ, ਤੇ ਜੇ ਹੁਣ ਕਾਂਗਰਸ ਵਿੱਚ ਆ ਤੇ ਹੁਣ ਮਤਲਬ ਉਹਨਾਂ ਨੂੰ ਭੰਡਣ ਵਿੱਚ ਕੋਈ ਕਸਰ ਨਹੀਂ ਛੱਡਦੇ। ਕਮੀਆਂ ਹੋ ਸਕਦੀਆਂ, ਪਰ ਨਵਜੋਤ ਸਿੰਘ ਸਿੱਧੂ ਹਜੇ ਤੱਕ ਜਿਹੜੀ ਲੋਕਾਂ ਦੇ ਵਿੱਚ ਇੱਕ ਇਮਾਨਦਾਰੀ ਦੀ ਦਿੱਖ ਬਣਾ ਕੇ ਬੈਠਾ ਆ। ਪਿਛਲੇ 10-15 ਸਾਲ ਦੇ ਵਿੱਚ ਉਹ ਮੀਆਂ ਬੀਬੀ ਦੋਨੇ ਰਾਜਨੀਤੀ ਵਿੱਚ ਆ। ਅਕਾਲੀ ਗਵਰਨਮੈਂਟ ਵਿੱਚ ਵੀ ਉਹਦੇ ਘਰ ਵਾਲੀ ਮੰਤਰੀ ਰਹੀ ਆ, CPS ਰਹੀ ਆ, ਹੁਣ ਵੀ ਉਹ ਕਾਂਗਰਸ ਗਵਰਨਮੈਂਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਖੁਦ ਮੰਤਰੀ ਨੇ। ਪਰ ਇੱਕ ਗੱਲ ਮੰਨਣੀ ਪਊਗੀ, ਨਵਜੋਤ ਸਿੰਘ ਸਿੱਧੂ ਦੇ ਉੱਤੇ ਕਰਪਸ਼ਨ ਪੱਖੋਂ ਕੋਈ ਉਂਗਲੀ ਨਹੀਂ ਉੱਠਦੀ। ਉਹਨੇ ਆਪਣੀ ਜੇਬੀ ਚੋਂ 10 ਰੁਪਏ ਦਾ ਖਰਚੇ ਹੋਣਗੇ, ਪਰ ਉਹਨੇ ਵੱਡੇ ਕੇਬਲ ਨੈਟਵਰਕ ਨਹੀਂ ਖੜੇ ਕੀਤੇ, ਉਹਨੇ ਵੱਡੀਆਂ ਟਰਾਂਸਪੋਰਟਾਂ ਨਹੀਂ ਖੜੀਆਂ ਕੀਤੀਆਂ, ਉਹਨੇ ਹੋਰ ਇਦਾਂ ਦੇ ਅਦਾਰੇ ਨਹੀਂ ਚਲਾਏ ਜਿੱਥੇ ਉਹਨੇ ਮਾਈਨਿੰਗ ਦੇ ਵਿੱਚ ਹਿੱਸੇ ਨਹੀਂ ਪਾਏ, ਉਹਨੇ ਸ਼ਰਾਬ ਦੇ ਠੇਕੇਦਾਰਾਂ ਨਾਲ ਕੋਈ ਜਾਰੀਆਂ ਨਹੀਂ ਪਾਈਆਂ। ਇਹ ਚੀਜ਼ਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਜਾਂ ਨਵਜੋਤ ਸਿੰਘ ਸਿੱਧੂ ਦੀ ਸ਼ਾਖ ਨੂੰ ਲੋਕ ਦੇਖਦੇ ਆ ਕਿ ਇਹ ਬੰਦਾ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਹਿੱਤ ਵਿੱਚ ਕੀ ਫੈਸਲਾ ਲੈਂਦਾ। ਹੁਣ ਨਵਜੋਤ ਸਿੰਘ ਸਿੱਧੂ ਦੀ ਵੀ ਇਹ ਫਰਜ਼ ਬਣਦਾ ਆ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ, ਚਾਹੇ ਤਾਂ ਕਾਂਗਰਸ ਵਿੱਚ ਸਰਵਾਈਵ ਕਰਕੇ, ਚਾਹੇ ਕੋ ਆਪਣਾ ਹੋਰ ਗਾਂਹ ਵਾਲਾ ਜਿਹੜਾ ਕੋਈ ਫੈਸਲਾ ਲੈਣਾ ਆ। ਮਹੀਨੇ ਥੋੜੇ ਰਹਿ ਗਏ ਆ, ਲੋਕ ਦੇਖ ਰਹੇ ਆ ਕਿ ਕਦੋਂ ਵੀ ਇਹ ਕੋਈ ਫੈਸਲਾ ਰਵੇ। ਬਾਕੀ ਪਾਰਟੀਆਂ ਵਾਲੇ ਵੀ ਦੇਖ ਰਹੇ ਆ ਨਵਜੋਤ ਸਿੰਘ ਸਿੱਧੂ ਕਾਂਗਰਸ ਚੋਂ ਬਾਹਰ ਆਣ ਕੇ ਕੋਈ ਫੈਸਲਾ ਲਵੇ ਤੇ ਪੰਜਾਬ ਦੀ ਰਾਜਨੀਤੀ ਦਾ ਕੋਈ ਦ੍ਰਿਸ਼ ਬਦਲੇ। ਪਰ ਉਹ ਦੇਖਦੇ ਆ ਕਿ ਦੂਏ ਤੀਏ ਦਿਨ ਦਿੱਲੀ ਨੂੰ ਤੁਰਿਆ ਰਹਿੰਦਾ। ਕੱਲ ਰੌਲਾ ਪੈ ਰਿਹਾ ਸੀਗਾ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਰਹੀ ਆ, ਸ਼ਾਮੀ ਫੇਰ ਬਿਆਨ ਆ ਜਾਂਦਾ ਰਾਹੁਲ ਦਾ ਵੀ ਨਹੀਂ, ਮੇਰੀ ਤਾਂ ਕੋਈ ਨਾਲ ਮੁਲਾਕਾਤ ਨਹੀਂ ਹੋਈ, ਪਰ ਸਵੇਰੇ ਅੱਜ ਫਲੈਸ਼ ਹੋ ਜਾਂਦੀ ਫੋਟੋ ਵੀ ਪ੍ਰਿਯੰਕਾ ਗਾਂਧੀ ਦੇ ਨਾਲ ਉਹਦੀ ਮੁਲਾਕਾਤ ਹੋਈ ਆ। ਹੁਣ ਮੁਲਾਕਾਤਾਂ ਦਾ ਦੌਰ ਕਿੰਨਾ ਕੁ ਚਿਰ ਚੱਲਦਾ ਆ? ਕਾਂਗਰਸ ਵੀ ਇਦਾਂ ਚਾਹੁੰਦੀ ਆ ਵੀ ਇਹਨਾਂ ਨੂੰ ਇਦਾਂ ਹੀ ਗਦੀ ਗੇੜ ਪੰਜਾਬ ਵਾਲਿਆਂ ਨੂੰ ਪਾਈ ਰੱਖੀਏ ਵੀ ਜੇ ਅੱਜ ਕੋਈ ਫੈਸਲਾ ਕਰ ਦਿੱਤਾ ਤੇ ਕੱਲ ਨੂੰ ਕਿਤੇ ਕੈਪਟਨ ਨਾਲ ਨਵੀਂ ਪਾਰਟੀ ਬਣਾ ਲਵੇ ਜਾਂ ਨਵਜੋਤ ਸਿੱਧੂ ਨਾਲ ਨਵੀਂ ਪਾਰਟੀ ਬਣਾ ਲਵੇ, ਵੀ ਇਹਨਾਂ ਨੂੰ ਇਦਾਂ ਹੀ ਰੱਖੀਏ ਵੀ ਮੁੜ ਕੇ ਇਲੈਕਸ਼ਨ ਨੇੜੇ ਆ ਜਾਵੇ, ਇਹਨਾਂ ਕੋਲ ਫੈਸਲਾ ਲੈਣ ਜੋਗਾ ਟਾਈਮ ਨਾ ਹੋਵੇ, ਇਹ ਇਦਾਂ ਹੀ ਕੁੱਟ ਕੇ ਜਿਹੜਾ ਸਾਡੀ ਜਿਹੜੀ ਅਗਲੀ ਇਲੈਕਸ਼ਨ ਲੜ ਲੈਣ। ਪਰ ਇਹਦਾ ਬਹੁਤ ਵੱਡਾ ਕਾਂਗਰਸ ਨੂੰ ਨੁਕਸਾਨ ਹੋਣਾ ਹੈ, ਕਿਉਂਕਿ ਜਿੰਨਾ ਚਿਰ ਕੋਈ ਨਵਜੋਤ ਸਿੱਧੂ ਦਾ ਫੈਸਲਾ ਨਹੀਂ ਹੁੰਦਾ, ਦੋਨੇ ਹੀ ਇੱਕ ਦੂਜੇ ਦੇ ਬਹੁਤ ਜ਼ਿਆਦਾ ਕੱਟੜ ਵਿਰੋਧੀ ਇਸ ਵੇਲੇ ਬਣ ਚੁੱਕੇ ਆ। ਤੇ ਇਹ ਜਿਹੜੀਆਂ ਮੀਟਿੰਗ ਚੱਲਦੀਆਂ ਆ, ਇਹ ਮੀਟਿੰਗਾਂ ਚੋਂ ਕੋਈ ਨਿਕਲ ਕੇ ਆਉਂਦਾ ਆ, ਕਾਂਗਰਸ ਪੰਜਾਬ ਦੇ ਕਾਂਗਰਸ ਹਾਈ ਕਮਾਂਡ ਜਿਹੜੀ ਆ ਪੰਜਾਬ ਦੀ ਕਾਂਗਰਸ ਦੇ ਭਲੇ 'ਚ ਕਿੰਨਾ ਕੁ ਇਸ ਕੰਮ ਤੇ ਵਰਕ ਕਰ ਪਾਉਂਦੀ ਜਾਂ ਨਹੀਂ ਪਾਉਂਦੀ। ਹੁਣ ਇਹ ਵੀ ਖਬਰਾਂ ਆ ਰਹੀਆਂ ਸੀਗੀਆਂ ਕਿ ਨਵਜੋਤ ਸਿੰਘ ਸਿੱਧੂ ਦੀ ਦੁਬਾਰਾ ਰਾਹੁਲ ਗਾਂਧੀ ਨਾਲ ਮੀਟਿੰਗ ਹੋਣ ਜਾ ਰਹੀ ਹੈ, ਪਰ ਜਿਵੇਂ ਸ਼ਰਮਾ ਜੀ ਨੇ ਕਿਹਾ ਆ, ਚਾਹੇ ਇਹ ਟਵੀਟੀ ਹੋ ਰਿਹਾ, ਕਿਉਂਕਿ ਸਿੱਧੂ ਅੱਜ ਜ਼ਰੂਰੀ ਨਹੀਂ ਵੀ ਸੁਖਬੀਰ ਬਾਦਲ ਦੇ ਹੀ ਟਵੀਟ ਕੀਤਾ ਆ, ਉਹਨੂੰ ਰਿਪਲਾਈ ਦਿੱਤਾ ਤੇ ਉਹਦਾ ਕੈਪਟਨ ਨਾਲ ਵੀ ਸਿੰਘ ਫਸਾਈ ਫਿਰਦਾ। ਉਹ ਤਾਂ ਵੱਖ-ਵੱਖ ਮੁੱਦਿਆਂ ਤੇ ਆਪਣੀ ਗੱਲ ਟਵੀਟ ਰਾਹੀਂ ਕਹਿਣ 'ਚ ਯਕੀਨ ਰੱਖਦਾ ਆ, ਪਰ ਲੋਕ ਇਸ ਵੇਲੇ ਦੇਖ ਲਿਆ ਵੀ ਇਹ ਸਾਰੀ ਆਪਣੀ ਜਿਹੜੀ ਰਾਜਨੀਤੀ ਨਾਲੋਂ ਕੀਤੀ ਜਾ ਰਹੀ ਆ। ਇਸ ਵੇਲੇ ਕਿਸਾਨੀ ਅੰਦੋਲਨ ਨੂੰ ਲੈ ਲਈਏ, ਮਹਾਮਾਰੀ ਨੂੰ ਲੈ ਲਈਏ, ਸਾਰੀਆਂ ਗੱਲਾਂ 'ਚੋਂ ਨਿਕਲ ਕੇ ਪੰਜਾਬ ਦੀ ਵੀ ਕੋਈ ਗੱਲ ਕਰੂਗਾ, ਪੰਜਾਬ ਦੇ ਹਿੱਤ 'ਚ ਕੋਈ ਟਵੀਟ ਕਰੂਗਾ, ਇਹ ਗੱਲ ਲੋਕਾਂ ਨੂੰ ਹਜੇ ਵੀ ਦੇਖੀ ਜਾ ਰਹੀ ਹੈ। ਸੁਨੀਲ ਜੀ, ਮੈਂ ਬਿਲਗਾ ਸਾਹਿਬ ਦੀ ਗੱਲ ਬਿਲਕੁਲ ਦਰੁਸਤ ਆ, ਪਰ ਬਿਲਗਾ ਸਾਹਿਬ ਨੇ ਗੱਲ ਕੀਤੀ ਆ, ਇਹਨਾਂ ਨੂੰ ਲੱਗਦਾ ਕਿ ਉਹਨੇ ਕਰਪਸ਼ਨ ਨਹੀਂ ਕੀਤੀ। ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਉਹਨੇ ਕੋਈ ਕਰਪਸ਼ਨ ਨਹੀਂ ਕੀਤੀ, ਪਰ 4.5 ਸਾਲ ਐਜ਼ ਐਨ MLA ਉਹਨੇ ਮੁਲਕ ਦਾ ਟਾਈਮ ਨਹੀਂ ਖਰਾਬ ਕੀਤਾ। ਬਿਲਕੁਲ ਉਹਨੂੰ ਜਿਹੜੀ ਕੰਮ ਲਈ MLA ਬਣਾਇਆ ਸੀ, ਜਿਹੜੇ ਕੰਮ ਲਈ ਉਹਨੂੰ ਮਿਨਿਸਟਰ ਬਣਾਇਆ ਸੀ, ਉਹਨੇ ਉਹ ਮੰਤਰੀ ਜਿਹੜੀ ਅਹੁਦਾ ਉਹਨੇ ਲਿਆ ਨਹੀਂ। ਪਰ ਉਸ ਸਮੇਂ ਸੰਵਿਧਾਨ ਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਅਹੁਦਿਆਂ ਦੀ ਜਿਹੜੀ ਵੰਡ ਆ ਉਹ ਮੁੱਖ ਮੰਤਰੀ ਨੇ ਕਰਨੀ। ਉਹ ਤੁਹਾਡੀ ਮਰਜ਼ੀ ਨਾਲ ਤੁਹਾਨੂੰ ਨਹੀਂ ਦੇਣਾ ਅਹੁਦਾ, ਉਹ ਮੁੱਖ ਮੰਤਰੀ ਜਾਂ ਪਾਰਟੀ ਹਾਈ ਕਮਾਂਡ ਤੁਸੀਂ ਹੁਣ ਉਹਦੇ 'ਚ ਸ਼ਾਮਲ ਕਰ ਲੈਣੇ। ਜੇ ਤੁਸੀਂ MLA ਚੁਣ ਕੇ ਆ ਗਏ, ਤੁਹਾਨੂੰ ਬਿਜਲੀ ਮੰਤਰੀ ਬਣਾਤਾ, ਤੁਸੀਂ ਤਨਖਾਹ ਲੈ ਰਹੇ ਆ, ਭੱਤੇ ਲੈ ਰਹੇ ਆ, ਟਵੀਟ ਤੁਸੀਂ ਕਰਦੇ ਆ, ਤਾਂ ਤੁਸੀਂ ਉਸ ਮਿਨਿਸਟਰੀ ਨੂੰ ਕਿਉਂ ਨਹੀਂ ਸੰਭਾਲਿਆ 4 ਸਾਲ? ਪਰ ਜਿੰਨਾ ਚਿਰ ਉਹਦੇ ਸੁਰ ਰਲਦੇ ਸੀ ਉਹਨਾਂ ਚਿਰ ਉਹਦੀਆਂ ਅੱਖਾਂ ਨੇ ਕਰਪਸ਼ਨ ਤਾਂ ਦੇਖੀ ਹੈ ਨਾ। ਬਿਲਕੁਲ, ਤੇ ਫਿਰ ਉਹ ਕਰਪਟਡ ਕਿਉਂ ਨਹੀਂ? ਇਸੇ ਸਰਕਾਰ 'ਚ ਵੀ ਦੇਖੀ ਹੈ ਤੇ ਪਿਛਲੀ ਸਰਕਾਰਾਂ 'ਚ ਵੀ ਦੇਖੀ ਆ। ਜਦੋਂ MLA ਬਣਦਾ ਆ, ਜਦੋਂ ਤੁਹਾਡੀ ਗੱਲ ਨਹੀਂ ਮੰਨੀ ਜਾਂਦੀ, ਦੇਖੋ ਰਾਜਨੀਤੀ ਨੂੰ ਜਦੋਂ ਤੁਸੀਂ ਸਮਝਦੇ ਆ ਤੇ ਜਦੋਂ ਤੁਸੀਂ ਪੜ੍ਹਦੇ ਆ, ਜਦੋਂ ਉਹਦੇ ਵਿੱਚ ਬੈਠਦੇ ਆ, ਤੇ ਪਹਿਲੀ ਸ਼ਰਤ ਇਹ ਆ ਕਿ ਤੁਸੀਂ ਲੋਕਾਂ ਦੇ ਨਾਲ ਮਿਲ ਕੇ ਚੱਲਣਾ, ਲੋਕਾਂ ਨੂੰ ਨਾਲ ਲੈ ਕੇ ਚੱਲਣਾ। ਜ਼ਰੂਰੀ ਤਾਂ ਨਹੀਂ ਹੈਗਾ ਕਿ ਤੁਸੀਂ ਜਿਹੜੀ ਰਾਜਨੀਤੀ ਆ ਉਹ ਮੁੱਖ ਮੰਤਰੀ ਬਣ ਕੇ ਠੀਕ ਕਰਨੀ ਹੈ, ਜਾਂ ਚੰਗੇ ਕੰਮ ਤੁਸੀਂ ਮੁੱਖ ਮੰਤਰੀ ਬਣ ਕੇ ਹੀ ਕਰਨੇ ਆ। 3 ਕਰੋੜ ਲੋਕ ਆ, ਸਾਰਿਆਂ ਨੂੰ ਤਾਂ ਮੁੱਖ ਮੰਤਰੀ ਨਹੀਂ ਬਣਾਇਆ ਜਾ ਸਕਦਾ। 117 MLA ਆ, ਸਾਰਿਆਂ ਨੂੰ ਮਿਨਿਸਟਰ ਨਹੀਂ ਬਣਾਇਆ ਜਾ ਸਕਦਾ।
ਤੁਸੀਂ ਦੂਜੀ ਪਾਰਟੀ ਚੋਂ ਆਏ ਸੀ, ਤੁਹਾਨੂੰ ਮਿਨਿਸਟਰ ਬਣਾਇਆ ਸੀ, ਤੁਸੀਂ ਉੱਥੇ ਤੁਸੀਂ ਕੁਝ ਇਹੋ ਜਿਹੇ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਦੂਜਿਆਂ ਨੂੰ ਨਹੀਂ ਚੰਗੇ ਲੱਗੇ, ਤੁਹਾਨੂੰ ਇੱਕ ਮਿਨਿਸਟਰੀ ਬਦਲ ਕੇ ਦਿੱਤੀ ਗਈ ਕਿ ਬਿਜਲੀ ਮੰਤਰਾਲਿਆ ਮਾੜੀ ਮਿਨਿਸਟਰੀ ਸੀ, ਤੁਸੀਂ ਉੱਥੇ ਕੰਮ ਕਰਕੇ ਦਿਖਾਉਂਦੇ। ਮੈਂ ਇਸ ਗੱਲ 'ਚ ਬਿਲਕੁਲ ਸਹਿਮਤ ਹਾਂ ਕਿ ਉਹ ਕਰਪਟ ਨਹੀਂ ਹੈ, ਪਰ ਜਿਹੜੇ 4.5 ਸਾਲ ਦਾ ਸਮਾਂ ਉਹਨਾਂ ਨੇ ਪੰਜਾਬ ਦਾ ਖਰਾਬ ਕੀਤਾ, ਉਹਦੇ ਲਈ ਉਹ ਦੋਸ਼ੀ ਨੇ। ਜੀ, ਪੰਜਾਬ ਦੀ ਰਾਜਨੀਤੀ ਦੇ ਹੋਰ ਵੀ ਸੁਰ ਛੇੜਾਂਗੇ, ਪਰ ਇਸ ਵੇਲੇ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਕਾ ਸਾਹਿਬ, ਸਿੱਧੂ ਸਾਹਿਬ ਦਿੱਲੀ ਪਹੁੰਚੇ ਹੋਏ ਨੇ ਤੇ ਇੱਥੇ ਕੈਪਟਨ ਸਾਹਿਬ ਨੇ ਵਿਧਾਇਕ ਸੱਦੇ ਨੇ ਲੰਚ ਤੇ ਜੀ। ਕੀ ਰੋਟੀ ਪਾਣੀ ਖਵਾ ਕੇ ਨਬਜ਼ਾਂ ਬਹੁਤੀਆਂ ਟੋਈਆਂ ਜਾਂਦੀਆਂ ਨੇ? ਸਵਲੀਨ, ਗੱਲ ਇਦਾਂ ਆ ਵੀ ਪਿਛਲੇ 7-8 ਮਹੀਨੇ ਤੋਂ ਆਪਾਂ ਗੱਲ ਕਰਦੇ ਵੀ ਕਿਸਾਨੀ ਅੰਦੋਲਨ ਵੀ ਚੱਲ ਰਿਹਾ, ਮਹਾਮਾਰੀ ਦਾ ਦੌਰ ਵੀ ਸਾਰੇ ਪੰਜਾਬ ਦੇ ਲੋਕਾਂ ਨੇ, ਜਿੱਦਾਂ ਦੇਸ਼ ਨੇ ਭੁਗਤਿਆ, ਪੰਜਾਬ ਨੇ ਵੀ ਨਾਲ ਭੁਗਤਿਆ। ਇਹ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨਾ, ਇਹ ਮੀਟਿੰਗਾਂ ਜਿਹੜੀ ਕੁਰਸੀ ਆਪਣੀ ਬਚਾਈ ਰੱਖਣ ਲਈ ਹੋ ਰਹੀਆਂ ਤੇ ਆਉਂਦੇ 5 ਸਾਲਾਂ ਲਈ ਕੁਰਸੀ ਆਪਣੀ ਹੋਰ ਵਧੀਆ ਢੰਗ ਨਾਲ ਕਾਬਜ ਹੋਣ ਲਈ ਉਹ ਲਈ ਹੋ ਰਹੀਆਂ। ਇਹ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਆ, ਇਹ ਪੰਜਾਬ ਦੇ ਉਹਨਾਂ ਲੋਕਾਂ ਲਈ, ਉਹਨਾਂ ਦੇ ਭਲੇ ਲਈ ਨਹੀਂ ਹੋ ਰਹੀਆਂ। ਹਜ਼ਾਰਾਂ ਮੁਲਾਜ਼ਮ ਇਸ ਵੇਲੇ ਸੜਕਾਂ ਤੇ ਧਰਨੇ ਮੁਜ਼ਾਹਰੇ ਕਰਦੇ ਫਿਰਦੇ ਆ, ਉਹਨਾਂ ਲਈ ਨਹੀਂ ਹੋ ਰਹੀਆਂ। ਮੀਟਿੰਗਾਂ ਹੋ ਰਹੀਆਂ ਤੇ ਸਾਡੀ ਕੁਰਸੀ ਜਿਹੜੀ ਸੱਤਾ ਆ, ਉਹ ਤੇ ਅਸੀਂ ਪਕੜ ਕਿੱਦਾਂ ਬਣਾ ਕੇ ਰੱਖਣੀ ਆ। ਅੱਜ ਕਿਹੜੀ ਚੀਜ਼ ਦਾ ਕਿਹਨੂੰ ਦੁੱਖ ਆ ਤੇ ਉਹਦੇ ਹਿਸਾਬ ਦੇ ਨਾਲ ਉਹਨੂੰ ਚੇਅਰਮੈਨੀ ਕਿੰਨੀ ਕੁ ਦੇਣੀ ਆ। ਆਪਾਂ ਪਿਛਲੇ ਦਿਨ ਹੀ ਦੇਖਿਆ ਸੀਗਾ ਕਿ ਮਾਝੇ ਦੇ ਇੱਕ ਹਲਕੇ ਤੋਂ ਜਿਹੜਾ ਧਨਾੜ, ਜਿਹੜਾ ਅਕਾਲੀ ਦਲ ਦਾ ਲੀਡਰ ਧਾਂਕੜ ਮੰਨਿਆ ਜਾਂਦਾ, ਉਹਦੇ ਵਿਰੁੱਧ ਜਿਹੜਾ ਉਹਦੇ ਹਲਕੇ ਦੇ ਵਿੱਚ ਕਾਂਗਰਸ ਨੂੰ ਰਿਪਰੈਜ਼ੈਂਟੇਟ ਕਰਦਾ ਹੈ, ਉਹਨੂੰ ਵੀ ਪਿਛਲੇ ਦਿਨ ਹੀ ਪਤਾ ਲੱਗ ਰਿਹਾ ਵੀ ਉਹ ਵੀ ਬੜਾ ਪਿੱਟ ਰਿਹਾ ਸੀ ਵੀ ਮੈਂ ਐਡੇ ਵੱਡੇ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਦਾ ਵੀ ਨਜ਼ਦੀਕੀ ਦੱਸਿਆ ਜਾਂਦਾ ਆ, ਅਕਾਲੀ ਦਲ ਦਾ ਉਹ ਲੀਡਰ, ਤੇ ਬਾਦਲ ਪਰਿਵਾਰ ਦਾ ਵੀ ਖਾਸ ਹੋ ਰਿਸ਼ਤੇਦਾਰ ਆ, ਵੀ ਉਹਦੇ ਮੁਕਾਬਲੇ ਮੈਂ ਕਿੱਦਾਂ ਸਰਵਾਈਵ ਕਰ ਪਾਊਂਗਾ ਜਦੋਂ ਤੁਸੀਂ ਮੈਨੂੰ ਕੋਹਦਾ ਨਹੀਂ ਦੇਣਾ। ਤੇ ਉਹਨੂੰ ਪਿਛਲੀ ਵਾਰੀ ਚੇਅਰਮੈਨ ਹੀ ਦੇ ਦਿੱਤੀ। ਹੁਣ ਇਹੀ ਦੇਖਦੇ ਤੇ ਬਟਾਲਾ ਹਲਕੇ ਦੀ ਵੀ ਗੱਲ ਕਰਦੇ ਆ, ਉੱਥੇ ਕਿ ਅਕਾਲੀ ਦਲ ਨੇ ਵੱਡਾ ਮੋਰਚਾ ਮਾਰ ਲਿਆ ਸੀਗਾ। ਅਸਮਨੀ ਸ਼ੇਖੜੀ ਦੀਆਂ ਪੂਰੀਆਂ ਤਿਆਰੀਆਂ ਹੋ ਗਈਆਂ, ਟੈਂਟ ਵੀ ਲੱਗ ਗਿਆ ਸੀ। ਟੈਂਟ ਦਾ ਵੀ ਦੱਸਦੇ ਵੀ ਟੈਂਟ ਬੜਾ ਵਧੀਆ ਸੋਹਣੇ ਸ਼ਮਿਆਨਾ ਲਾਇਆ ਸੀਗਾ, ਪਰ ਉਹ ਰਾਤੋਂ ਰਾਤ ਹੀ ਕਿਸੇ ਨਾ ਕਿਸੇ ਤਰ੍ਹਾਂ ਰਾਜਕੁਮਾਰ ਬੇਰਕਾ ਤੇ ਹੋਰ ਬੰਦਿਆਂ ਨੇ ਵਿੱਚ ਪਾ ਕੇ ਅਸਮਨੀ ਸ਼ੇਖੜੀ ਨੂੰ ਤਾਂ ਫਿਰ ਉਹ ਸੈੱਟ ਕਰਕੇ ਉਹਨੂੰ ਸਟਾਪ ਲਾ ਲਈ, ਪਰ ਉਹਦਾ ਬਲੱਡ ਪ੍ਰੈਸ਼ਰ ਵੱਧ ਗਿਆ ਤੇ ਰੌਲਾ ਹੁਣ ਇਹੀ ਪੈ ਰਿਹਾ ਵੀ ਉਹਦਾ ਬਲੱਡ ਪ੍ਰੈਸ਼ਰ ਹੁਣ ਉਦੋਂ ਹੀ ਠੀਕ ਹੋਣਾ ਆ ਜਦੋਂ ਫਿਰ ਕੈਪਟਨ ਸਾਹਿਬ ਕੋਈ ਨਾ ਕੋਈ ਚੇਅਰਮੈਨੀ ਦੇਣਗੇ। ਇਸ ਕਰਕੇ ਇਹ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਆ ਵਿਧਾਇਕਾਂ ਦੀਆਂ ਜਾਂ ਕਾਂਗਰਸ ਦੇ ਲੀਡਰਾਂ ਦੀਆਂ, ਇਹ ਲੋਕਾਂ ਦੇ ਭਲੇ 'ਚ ਨਹੀਂ ਹੋ ਰਹੀਆਂ, ਇਹ ਸਿਰਫ ਆਪਣੀ ਸੱਤਾ ਨੂੰ ਬਚਾਈ ਰੱਖਣ ਲਈ ਤੇ ਆਉਣ ਵਾਲੀ ਜਿਹੜੀ 5 ਸਾਲ ਦੀ ਸੱਤਾ ਦਾ ਉਹ ਆਸ ਲਾਈ ਬੈਠੇ ਆ, ਉਹਨੂੰ ਬਰਕਰਾਰ ਰੱਖਣ ਲਈ ਇਹ ਮੀਟਿੰਗਾਂ ਕਰ ਰਹੇ ਆ। ਬਿਲਕੁਲ ਸਾਹਿਬ ਨੇ ਜਿੱਦਾਂ ਗੱਲ ਕੀਤੀ ਕਿ ਜਿਹੜੇ ਮੁਲਾਜ਼ਮ ਨੇ ਸੜਕਾਂ ਤੇ ਆ ਗਏ ਨੇ, ਜੇ ਗੱਲ ਬੇਰੁਜ਼ਗਾਰ ਅਧਿਆਪਕਾਂ ਦੀ ਕਰੀਏ ਸ਼ਰਮਾ ਜੀ, ਤੇ ਉਹ ਵੀ ਤਪੇ ਫਿਰਦੇ ਨੇ ਸਰਕਾਰ ਤੇ। ਗਰਮੀ ਇੰਨੀ ਆ, ਉਹ ਪ੍ਰਦਰਸ਼ਨ ਕਰ ਰਹੇ ਨੇ, ਕੀ ਸਰਕਾਰਾਂ ਨੂੰ ਸ਼ਰਮ ਨਹੀਂ ਆਉਂਦੀ? ਨਹੀਂ, ਸਰਕਾਰ ਉਹਨਾਂ ਨੂੰ ਪਾਣੀ ਦੀਆਂ ਵਿਛਾੜਾਂ ਮਾਰ ਕੇ ਠੰਡੇ ਕਰ ਰਹੀ ਸੀ, ਪਰ ਉੱਥੇ ਵੀ ਕੱਲ ਫਿਰ ਉਹ ਜਿੱਦਾਂ ਅੰਦੋਲਨ ਦੇ ਵਿੱਚ ਇੱਕ ਨੌਜਵਾਨ ਸਾਹਮਣੇ ਆਇਆ ਸੀ ਜਿਹਨੇ ਉਹ ਇੱਕ ਪਾਣੀ ਵਾਲੀ ਤੋਪ ਦਾ ਮੂੰਹ ਬੰਦ ਕੀਤਾ ਸੀ, ਇਦਾਂ ਹੀ ਕੱਲ ਇੱਕ ਬੀਬੀ ਜਿਹੜੀ ਅਧਿਆਪਕ ਆ ਉਹਨੇ ਵੀ ਉਹ ਪਾਣੀ ਵਾਲਾ ਮੂੰਹ ਬੰਦ ਕੀਤਾ। ਤੇ ਫਿਰ ਗੱਲ ਉੱਥੇ ਹੀ ਸਾਹਮਣੇ ਆਈ ਆ ਵੀ ਸਰਕਾਰ ਚਾਹੇ ਏ ਹੋਵੇ, ਚਾਹੇ ਬੀ ਹੋਵੇ ਤੇ ਚਾਹੇ ਸੀ ਹੋਵੇ, ਲੋਕਾਂ ਦਾ ਕੰਮ ਤੇ ਸੰਘਰਸ਼ ਕਰਨਾ, ਵਿਰੋਧ ਕਰਨਾ ਤੇ ਸੜਕਾਂ ਤੇ ਰੁਲਣਾ ਹੀ ਆ, ਚਾਹੇ ਉਹ ਕਿਸਾਨ ਹੋਣ ਤੇ ਚਾਹੇ ਉਹ ਬੇਰੁਜ਼ਗਾਰ ਅਧਿਆਪਕ। ਤੁਸੀਂ ਦੇਖੋ ਕਿਹੋ ਜਿਹਾ ਸਮਾਂ ਹੋਵੇਗਾ ਕਿ ਉਹ ਅਧਿਆਪਕ ਜਿਹੜੇ ਆ ਕਿੰਨੇ ਦਿਨਾਂ ਤੋਂ ਇੱਕ ਧਰਨੇ ਮੁਜ਼ਾਹਰਿਆਂ ਪ੍ਰਦਰਸ਼ਨਾਂ 'ਚ ਲੱਗੇ ਹੋਏ ਨੇ, ਕਿੰਨੀ ਗਰਮੀ ਆ ਤੇ ਤੁਸੀਂ ਸਾਰੀ ਗੱਲ ਦੱਸੀ ਉਹਦੇ ਬਾਰੇ, ਤੇ ਉਹਨਾਂ ਦੇ ਉੱਤੇ ਫਿਰ ਪਾਣੀ ਦੀਆਂ ਵਿਛਾੜਾਂ ਪੈ ਰਹੀਆਂ ਤੇ ਉਹ ਪਾਣੀ ਦੀਆਂ ਵਿਛਾੜਾਂ ਵੀ ਚੱਲ ਰਹੇ ਆ ਤੇ ਉਸ ਪਾਣੀ ਦੀਆਂ ਵਿਛਾੜਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ, ਤੇ ਉਹ ਵੀ ਇੱਕ ਫੀਮੇਲ ਟੀਚਰ ਹੈ। ਤੇ ਇਹਦੇ ਨਾਲ ਹੀ ਇੱਕ ਖਬਰ ਪੰਜਾਬ ਚੋਂ ਹੋਰ ਅਸੀਂ ਕਈ ਵਾਰੀ ਗੱਲ ਕਰ ਚੁੱਕੇ ਹਾਂ, ਟੀਵੀ ਤੇ ਵੀ ਚੱਲਦੀ ਆ, ਰੇਡੀਓ ਤੇ ਵੀ ਚੱਲਦੀ ਆ, ਕਿ ਇੱਕ ਅਧਿਆਪਕ ਜਿਹੜਾ ਆਪਣੇ ਸਾਰੇ ਟੈਸਟ ਪਾਸ ਕਰ ਬੈਠਾ ਤੇ ਉਹ ਨੌਕਰੀ ਦੀ ਉਮੀਦ ਦੇ ਵਿੱਚ 100 ਦਿਨ ਤੋਂ ਜ਼ਿਆਦਾ ਹੋ ਗਿਆ ਇੱਕ ਟਾਵਰ ਤੇ ਚੜਿਆ ਹੋਇਆ ਜੀ, ਸੁਰਿੰਦਰਪਾਲ। ਪੂਰੇ ਪੰਜਾਬ ਦੇ ਵਿੱਚੋਂ ਕਿਸੇ ਵੀ ਪਾਰਟੀ ਦਾ ਕੋਈ ਲੀਡਰ ਉਹਦੇ ਹੱਕ 'ਚ ਨਹੀਂ ਬੋਲਿਆ। ਸ਼ਾਇਦ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਇੱਕ ਅੱਧੀ ਵਾਰ ਕੋਈ ਉਹਦੀ ਗੱਲ ਕੀਤੀ ਆ, ਪਰ ਸੁਣੀ ਕਿਸੇ ਨੇ ਨਹੀਂ। ਤੇ ਕੈਪਟਨ ਦੇ ਆਪਣੇ ਸ਼ਹਿਰ 'ਚ ਆਓ ਜੀ, ਤੇ ਹੁਣ ਇੱਕ ਪੰਜਾਬ ਦੇ ਕਿਸੇ NRI ਨੇ ਕਿਹਾ ਕਿ ਉਹਨੂੰ ਬੇਨਤੀ ਕੀਤੀ ਆ ਤੇ ਉਹਦੀ ਯੂਨੀਅਨ ਨੂੰ ਵੀ ਕਿਹਾ ਕਿ ਭਾਈ ਇਹਨੂੰ ਕਹੋ ਤੂੰ ਆਪਣੀ ਜਿਹੜੀ ਭੁੱਖ ਹੜਤਾਲ ਆ ਜਾਂ ਜੋ ਵੀ ਤੂੰ ਇੱਕ ਪ੍ਰਦਰਸ਼ਨ ਮੇਰਾ ਖਿਆਲ ਕੁਝ ਦਿਨਾਂ ਤੋਂ ਭੁੱਖ ਹੜਤਾਲ ਤੇ ਜੀ ਬਿਲਕੁਲ, ਉਹਦਾ ਭਾਰ ਵੀ ਕਾਫੀ ਘਟਿਆ ਤੇ ਉਹਦਾ ਜਿਹੜਾ ਬਲੱਡ ਪ੍ਰੈਸ਼ਰ ਲੈਵਲ ਹੈ ਉਹ ਵੀ ਕਾਫੀ ਘਟਿਆ ਤੇ ਕਾਫੀ ਸਾਰੀਆਂ ਜਿਹੜੀਆਂ ਉਹਦੀਆਂ ਸਿਹਤ ਦੀਆਂ ਸਮੱਸਿਆਵਾਂ ਆ ਉਹ ਰਾਈਜ਼ ਹੋ ਰਹੀਆਂ। ਉਹਨੂੰ ਕਿਹਾ ਉਹਨਾਂ ਨੇ ਕਿ ਤੁਸੀਂ ਉਸ NRI ਦੇ ਬੰਦੇ ਨੇ ਉਹਦੇ ਲਈ ਵਾਅਦਾ ਕੀਤਾ ਕਿ ਤੂੰ ਆ ਜਾ ਨੀਚੇ, ਆਪਣੇ ਸਿਹਤ ਨੂੰ ਠੀਕ ਕਰ ਲਾ ਤੇ ਮੇਰੇ ਪਿੰਡ ਦਾ ਜਿਹੜਾ ਸਕੂਲ ਹੈ ਜੁਆਇਨ ਕਰ ਲਾ, ਤੈਨੂੰ ਤਨਖਾਹ ਵੀ ਆਪਾਂ ਦੇਵਾਂਗੇ ਤੇ ਉੱਥੇ ਤੇਰੇ ਲਈ ਰਿਹਾਇਸ਼ ਦਾ ਪ੍ਰਬੰਧ ਵੀ ਕਰਦੇ ਹਾਂ। ਸਰਕਾਰ ਦੇ ਮੂੰਹ ਤੇ ਚਪੇੜ ਮਾਰੀ। ਦੇਖੋ ਬਿਲਕੁਲ ਤੁਸੀਂ ਇਦਾਂ ਕਹਿ ਸਕਦੇ ਆ ਕਿ ਸਰਕਾਰ ਨੂੰ ਉਹਨੇ ਸਾਰੀਆਂ ਚੀਜ਼ਾਂ ਨੂੰ ਛੱਡਿਆ। ਪੰਜਾਬੀ ਫਿਰ ਵੀ ਇੱਕ ਦੂਜੇ ਦੇ ਕੰਮ 'ਚ ਵੀ ਆਉਂਦੇ ਨੇ ਤੇ ਇੱਕ ਦੂਜੇ ਦੀ ਮਦਦ ਵੀ ਕਰਦੇ ਨੇ, ਪਰ ਇਹ ਸਰਕਾਰਾਂ ਨੂੰ ਅਸੀਂ ਕਿਉਂ ਚੁਣਦੇ ਆ ਤੇ ਕੀ ਇਹ ਸਰਕਾਰਾਂ ਕਰ ਰਹੀਆਂ ਨੇ, ਉਹ ਗੱਲ ਦੇਖਣੀ ਬਣੀ। ਬਿਲਕੁਲ ਸਵਲੀਨ ਜੀ, ਇੱਕ ਪਾਸੇ ਤਾਂ ਸਾਰੇ ਮੁਲਾਜ਼ਮ ਤੇ ਸਾਰੇ ਕੁਝ ਜਿਹੜੇ ਆ ਉਹ ਪਰੇਸ਼ਾਨ ਹੋਏ ਨੇ ਤੇ ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਸਰਕਾਰ ਬਜਾਏ ਉਸਦੇ ਕਿ ਉਹਨਾਂ ਦੀ ਗੱਲ ਸੁਣੀ ਜਾਵੇ, ਉਹਨਾਂ ਦੇ ਉੱਤੇ ਹੋਰ ਤਸ਼ੱਦਦ ਕਰਦੀ ਆ ਤੇ ਜਿੰਨਾ ਹੋ ਸਕੇ ਉਹਨਾਂ ਨੂੰ ਤੋੜਨ ਦਾ ਯਤਨ ਕਰਦੀ ਆ। ਤੇ ਨਾਲ ਦੀ ਨਾਲ ਜਿੱਦਾਂ
ਬਿਲਗਾ ਸਾਹਿਬ ਨੇ ਦੱਸਿਆ ਕਿ ਜਦੋਂ ਸੇਖੜੀ ਸਾਹਿਬ ਦੀ ਤਬੀਅਤ ਖਰਾਬ ਹੋਈ ਤੇ ਝੱਟ ਉਹਨੂੰ ਚੇਅਰਮੈਨੀ ਦੀ ਗੋਲੀ ਜਿਹੜੀ ਆ ਦੇਤੀ ਆ ਤੇ ਹੁਣ ਉਹਨਾਂ ਦੀ ਸਿਹਤ ਠੀਕ ਹੋ ਜਾਣੀ ਹੈ। ਮੈਂ ਨਹੀਂ ਕਹਿੰਦਾ ਕਿ ਇਹਨਾਂ ਨੂੰ ਚੇਅਰਮੈਨੀ ਨਹੀਂ ਦੇਣੀ ਚਾਹੀਦੀ, ਜਿਹਦਾ ਹੱਕ ਬਣਦਾ ਦਿਓ, ਪਰ 4.5 ਸਾਲ ਬਾਅਦ ਕਿਉਂ? ਜੀ ਤੁਸੀਂ ਆਪਣੀ ਸਹੁੰ ਚੱਕੀ, ਜਿਹੜੇ ਤੁਹਾਡੇ ਕੋਲ ਬੋਰਡ ਖਾਲੀ ਨੇ, ਜਿੱਥੇ ਮੰਡੀ ਬੋਰਡ ਤੇ ਵੀ ਜਿੱਥੇ ਵੀ ਤੁਸੀਂ ਕਿਸੇ ਬੰਦੇ ਨੂੰ ਲਾਉਣਾ ਆ, ਉਹਨਾਂ ਨੂੰ ਪਹਿਲਾਂ ਹੀ ਲਾ ਦਿਓ। ਤੁਹਾਡੇ ਕੋਲ ਸਾਰਾ ਅਮਲਾ ਆ, ਇੰਨੇ ਤੁਹਾਡੇ ਕੋਲ ਸਲਾਹਕਾਰ ਰੱਖੇ ਹੋਏ ਨੇ, ਇੰਨੇ ਤੁਹਾਡੇ ਕੋਲ ਅਫਸਰ ਨੇ, ਲਿਸਟਾਂ ਪਹਿਲਾਂ ਬਣਾ ਕੇ ਰੱਖੋ। ਉਹਨਾਂ ਬੰਦਿਆਂ ਨੂੰ ਜਿਸ ਵੀ ਕੰਟਰੋਲ ਬੋਰਡ 'ਚ, ਜਿਸ ਵੀ ਬੋਰਡ 'ਚ ਉਹਨੂੰ ਲਾਉਣਾ ਆ, ਹੁਣ ਉੱਥੇ ਉਹਨੂੰ 4 ਸਾਲ ਪਹਿਲਾਂ ਲਾਇਆ ਹੁੰਦਾ, ਕੋਈ ਕੰਮ ਤੇ ਕਰਦੇ। ਹੁਣ ਉਹਨੂੰ ਕਾਹਦੇ ਲਈ ਚੇਅਰਮੈਨੀ ਦੇਣੀ ਹੈ? ਤੇ ਉਹ ਵੀ ਇਹੋ ਜਿਹੇ ਨੇ ਜਿਨ੍ਹਾਂ ਨੇ ਚੇਅਰਮੈਨੀ ਲੈ ਲੈਣੀ ਆ, ਉਹਨਾਂ ਦਾ ਤਾਂ ਕੰਮ ਹੈ। ਜੀ ਬਿਲਗਾ ਸਾਹਿਬ, ਕੇਜਰੀਵਾਲ ਦੀ ਗੱਲ ਕਰਦੇ ਆ, ਜਿਹੜਾ ਉਹ ਕੱਲ ਮੁਫਤਖੋਰ ਬਣਾਉਣ ਦੀਆਂ ਗੱਲਾਂ ਕਰ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਵਲੀਨ, ਲਗਭਗ 8-10 ਦਿਨ ਦੇ ਵਿੱਚ ਕੇਜਰੀਵਾਲ ਨੇ 2 ਜਿਹੜੇ ਪੰਜਾਬ ਦੇ ਗੇੜੇ ਲਾਏ ਆ, ਇਹ ਗੇੜੇ ਬੜੇ ਅਹਿਮ ਰਹੇ ਆ। ਪਹਿਲੇ ਗੇੜੇ ਵਿੱਚ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਤੇ ਉਹਨਾਂ ਨੇ ਸਾਬਕਾ ਪੁਲਿਸ ਅਧਿਕਾਰੀ ਨੂੰ ਸ਼ਾਮਲ ਕੀਤਾ ਤੇ ਪੰਜਾਬ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਗੱਲ ਚਲੇਗੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆ ਉਹ ਇਸ ਵੇਲੇ ਗੇਨ ਕਰ ਰਹੀ ਆ। ਤੇ ਨਾਲ ਹੀ ਜਦੋਂ ਚੰਡੀਗੜ੍ਹ ਦਾ ਪ੍ਰੋਗਰਾਮ ਰੱਖਿਆ ਗਿਆ ਤਾਂ ਉੱਥੇ ਲੱਗ ਰਿਹਾ ਸੀਗਾ ਕਿ ਕੇਜਰੀਵਾਲ ਹੁਣ ਇਲੈਕਸ਼ਨ ਨੂੰ ਲੈ ਕੇ ਹੋਰ ਐਲਾਨ ਕਰਨਗੇ, ਪਰ ਉਹਦੇ ਵਿੱਚ ਜੋ ਕਰਕੇ ਗਏ ਆ ਉਹ ਕਿਸੇ ਨੂੰ ਕਿਸੇ ਤਰ੍ਹਾਂ ਵੀ ਲੱਗੇ, ਪਰ ਮੈਨੂੰ ਨਿੱਜੀ ਤੌਰ ਤੇ ਇਹ ਮਹਿਸੂਸ ਹੋਇਆ ਬਈ ਕੇਜਰੀਵਾਲ ਦੀ ਪਾਰਟੀ ਤੋਂ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਆਸਾਂ ਰੱਖੀਆਂ ਸੀ। ਜਦੋਂ ਪੂਰੇ ਭਾਰਤ ਵਿੱਚ ਇਹਨਾਂ ਦੀ ਪਾਰਟੀ ਨੇ ਕਿਤੇ ਪਾਣੀ ਨਹੀਂ ਮੰਗਿਆ ਤਾਂ ਉਸ ਵੇਲੇ ਪੂਰੇ ਭਾਰਤ ਵਿੱਚ 4 MP ਜਿਤਾ ਕੇ ਪੰਜਾਬੀਆਂ ਨੇ ਦਿੱਤੇ ਸੀ, ਭਾਵੇਂ ਕਿ ਉਹ 4 MP ਵੀ ਮੁੜ ਕੇ ਇਹਨਾਂ ਤੋਂ ਸਾਂਭ ਨਹੀਂ ਹੋਏ, ਉਹ ਵੀ ਖਿਲਰ ਪੱਤਰ ਗਏ। ਉਸ ਤੋਂ ਬਾਅਦ ਜੇ 2017 ਦੀ ਇਲੈਕਸ਼ਨ ਆਉਂਦੀ ਆ ਤੇ ਇੱਕ ਪਾਰਟੀ ਜਿਹੜੀ ਮਤਲਬ 0 ਤੋਂ ਸਟਾਰਟ ਹੁੰਦੀ ਆ ਤੇ ਸਿੱਧੀ 20 ਸੀਟਾਂ ਤੇ ਚਲੇ ਜਾਂਦੀ ਆ, ਤੇ ਇਹ ਵੀ ਪੰਜਾਬੀਆਂ ਦਾ ਇੱਕ ਕਹਿ ਸਕਦੇ ਤਸੀਰ ਸੀ, ਦਿਲ ਸੀਗਾ ਵੀ ਉਹ ਚਾਹੁੰਦੇ ਸੀ ਬਦਲਾਅ। ਜਿਹੜੀ ਪਰੰਪਰਾਗਤ ਰਾਜਨੀਤੀ ਚੱਲਦੀ ਆ, ਉੱਤਰ ਕਾਟੋ ਮੈਂ ਬਾਰੀ ਵਾਲੀ ਲੋਕ ਰਾਜਨੀਤੀ ਤੋਂ ਉੱਕੇ ਹੋਏ ਸੀ ਤੇ ਉਹ ਇਹਨਾਂ ਨੂੰ ਚਾਹੁੰਦੇ ਸੀਗੇ, ਪਰ ਰਹੇ ਉਹ ਵੀ 20 ਦੇ 20 ਇਕੱਠੇ ਨਹੀਂ। ਤੇ ਉਹ ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕਰਦੇ, ਉਹ 20 ਦੇ 20 ਜਿੰਨੇ ਜਿੱਤੇ ਸਾਰੇ ਕਹਿੰਦੇ ਅਸੀਂ ਮੁੱਖ ਮੰਤਰੀ ਆ, ਤੇ ਉਹ ਇਦਾਂ ਦਾ ਜਿਹੜਾ ਸੀਗਾ। ਇਸ ਕਰਕੇ ਆਮ ਆਦਮੀ ਪਾਰਟੀ ਤੋਂ ਹਜੇ ਵੀ ਲੋਕ ਇਹ ਆਸ ਰੱਖ ਕੇ ਬੈਠੇ ਸੀ ਬਈ ਜੇ ਇਹ ਕੁਛ ਇਹਨਾਂ ਨਾਲੋਂ ਅਲੱਗ ਕਰਨਗੇ। ਤੇ ਕੀ ਅਲੱਗ ਕੀਤਾ ਕੀ? ਪ੍ਰਕਾਸ਼ ਸਿੰਘ ਬਾਦਲ ਬੀਬੀ ਭੱਠਲ ਤੋਂ ਬਾਅਦ ਆਪਾਂ ਜਦੋਂ ਮੁੱਖ ਮੰਤਰੀ 97 ਚ ਬਣਦੇ ਆ, ਬਿਜਲੀ ਤਾਂ ਉਹ ਵੀ ਫ੍ਰੀ ਦੇ ਰਹੇ ਆ, ਚਾਹੇ ਉਹ ਕਿਸਾਨਾਂ ਨੂੰ ਦੇ ਰਹੇ ਆ, ਚਾਹੇ ਕਿਸੇ ਨੂੰ 100 ਯੂਨਿਟ ਦੇ ਰਿਹਾ, ਕਿਸੇ ਨੂੰ 200 ਯੂਨਿਟ ਦੇ ਰਹੇ ਆ, ਦੇ ਤਾਂ ਰਹੇ ਨਾ। ਉਹੀ ਜਿਹੜੀ ਸੀਗੀ ਪਰੰਪਰਾ ਜਿਹੜੀ ਸੀਗੀ ਉਹ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਾਰੀ ਰੱਖੀ ਆ। ਤੇ ਫਰਕ ਕੀ ਹੋਇਆ? ਇਹ ਦੋਨੇ ਤਾਂ ਸੀਗੇ। ਬਣਦੀ ਗੱਲ ਇਹ ਸੀ ਵੀ ਕੇਜਰੀਵਾਲ ਪੰਜਾਬ ਦੀ ਸਥਿਤੀ ਨੂੰ ਦੇਖਦਾ ਹੋਇਆ ਵੀ ਇਸ ਵੇਲੇ ਪੰਜਾਬ ਬਹੁਤ ਵੱਡੇ ਕਰਜ਼ੇ ਦੇ ਵਿੱਚ ਡੁੱਬ ਰਿਹਾ ਆ ਤੇ ਪੰਜਾਬ ਦਾ ਭਵਿੱਖ ਜਿਹੜਾ ਆ ਉਹ ਫਾਈਨਾਂਸ ਨੂੰ ਲੈ ਕੇ ਬਹੁਤ ਧੁੰਦਲਾ ਆ। ਵੀ ਵੱਡਾ ਕੋਈ ਵਿਜ਼ਨ ਦਿੰਦੇ ਪੰਜਾਬ ਨੂੰ, ਵੱਡੀ ਕੋਈ ਸੇਧ ਦਿੰਦੇ ਪੰਜਾਬ ਨੂੰ, ਤੇ ਜੇ ਉਹਨਾਂ ਨੇ ਆਣ ਕੇ ਜਿੱਦਾਂ ਪਹਿਲਿਆਂ ਨੇ ਮੁਫਤਖੋਰ ਬਣਾਇਆ ਪੰਜਾਬੀਆਂ ਨੂੰ, ਤੇ ਜੇ ਕੇਜਰੀਵਾਲ ਨੇ ਵੀ ਉਹੀ ਆਣ ਕੇ ਕੜੀ ਘੋਲਣੀ ਸੀ, ਤਾਂ ਫਿਰ ਮੈਨੂੰ ਲੱਗਦਾ ਨਹੀਂਗਾ ਵੀ ਇਸ ਬਿਆਨ ਦਾ ਜਾਂ ਇਸ ਜਿਹੜਾ ਉਹਨਾਂ ਦਿੱਤਾ ਗਿਆ ਨਾ ਵੀ ਅਸੀਂ 300 ਦੇ ਯੂਨਿਟ ਮਾਫ ਕਰਾਂਗੇ, ਤੇ ਹੋ ਸਕਦਾ ਕਿ ਇਹਨਾਂ ਦੀਆਂ ਗੱਲਾਂ ਸੁਣ ਕੇ ਕੈਪਟਨ ਅਮਰਿੰਦਰ ਸਿੰਘ ਤਾਂ ਕੱਲ੍ਹ ਨੂੰ ਕੋਈ ਮੀਟਿੰਗ ਪਰਸੋਂ ਨੂੰ ਸੱਦ ਕੇ ਕੈਬਨਿਟ ਵਿੱਚ 300 350 ਮਾਫ ਵੀ ਕਰ ਦੇਵੇ, ਕਿਉਂਕਿ ਵੋਟਾਂ 'ਚ ਦੱਸ ਰਹੀਆਂ। ਸੁਖਬੀਰ ਉੱਠੇ ਤੇ 500 ਉਹ 500 ਵੀ ਕਰ ਸਕਦੇ ਆ। ਉਹ ਤਾਂ ਕਹਿੰਦੇ ਵੀ ਇਹ ਤੇ ਸਾਡੀ ਚਲਾਈ ਹੋਈ ਪਰੰਪਰਾ ਆ ਜਿਹੜੀ ਆ। ਮਸਲਾ ਇਹ ਕਹਿਣ ਦਾ ਆ ਵੀ ਪੰਜਾਬੀਆਂ ਨੂੰ ਕੋਈ ਵਿਜ਼ਨ ਨਹੀਂ ਦਿੱਤਾ ਗਿਆ। ਇਹਨਾਂ ਨੇ ਵੀ ਉਹੀ ਨਵਾਂਪਨ ਜਿਹੜਾ ਸੀਗਾ ਉਹ ਨਹੀਂ ਕੁਝ ਵੀ ਦਿਖਾਇਆ ਹੈਗਾ। ਨਵਾਂਪਨ ਜਿਹੜਾ ਲੋਕਾਂ ਨੂੰ ਚਾਹੀਦਾ ਸੀ ਉਹ ਨਹੀਂ ਦਿਖਾਇਆ। ਜਿੱਦਾਂ ਮੁਫਤਖੋਰੇ ਪਹਿਲੇ ਪਾਰਟੀਆਂ ਨੇ ਲੋਕਾਂ ਨੂੰ ਬਣਾ ਕੇ ਰੱਖਿਆ ਹੋਇਆ, ਇਦਾਂ ਹੀ ਮੁਫਤਖੋਰੇ ਇਸ ਪਾਰਟੀ ਨੇ ਬਣਾਉਣ ਦਾ ਉਦਣ ਐਲਾਨ ਕੀਤਾ ਆ। ਹਜੇ ਵੀ ਬਹੁਤ ਹੋਰ ਇਹਨਾਂ ਨੇ ਐਲਾਨ ਕਰਨੇ ਆ। ਘੱਟੋ ਘੱਟ ਲੋਕਾਂ ਨੂੰ ਇਹ ਢੰਗ ਦੀ ਜ਼ਿੰਦਗੀ ਦੇਣ, ਢੰਗ ਦਾ ਰੁਜ਼ਗਾਰ ਦੇਣ, ਲੋਕਾਂ ਦੀ ਜੇਬ 'ਚ ਪੈਸਾ ਆਵੇ, ਉਸ ਪੈਸੇ ਨਾਲ ਲੋਕ ਆਪਣੇ ਬਿੱਲ ਤਾਰਨ, ਉਸ ਪੈਸੇ ਨਾਲ ਲੋਕ ਆਪਣਾ ਆਟਾ ਲੈਣ, ਲੋਕ ਆਪਣੀ ਚਾਹ ਲੈਣ, ਆਪਣੀਆਂ ਦਾਲਾਂ ਲੈਣ। ਲੋਕਾਂ ਨੂੰ ਇਹਨਾਂ ਦੇ ਮੁਫਤ ਦੇ ਕੰਮ ਦੇ ਸਮਾਨ ਦੀ ਕਿਸੇ ਦੀ ਜ਼ਰੂਰਤ ਨਹੀਂ ਹੈਗੀ। ਲੋਕ ਕੰਮ ਚਾਹੁੰਦੇ ਆ, ਲੋਕ ਸਤਿਕਾਰ ਚਾਹੁੰਦੇ ਆ। ਕੀ ਲੋਕ ਨਹੀਂ ਮੁਫਤਖੋਰੀ ਚਾਹੁੰਦੇ? ਲੋਕ ਫਿਰ ਵਿਰੋਧ ਕਿਉਂ ਨਹੀਂ ਕਰਦੇ ਇਸ ਚੀਜ਼ ਦਾ? ਇਹੀ ਗੱਲ ਆ ਨਾ, ਲੋਕਾਂ ਦੀ ਨਬਜ਼ ਇਹਨੇ ਵੀ ਫੜ ਲਈ ਆ ਬੇ ਮੌਕੇ ਤੇ ਆਣ ਕੇ ਇਦਾਂ ਦਾ ਕੁਛ ਨਾ ਕੁਛ ਕਰੋ ਤੁਸੀਂ, ਇਹ 4 ਵੋਟਾਂ ਲਵੋ। ਉਸ ਤੋਂ ਪੰਜਾਬ ਲਈ ਤਾਂ ਵਿਜ਼ਨ ਕੋਈ ਨਹੀਂ ਨਾ। ਪੰਜਾਬ ਨੂੰ ਉੱਪਰ ਲਿਜਾਣ ਲਈ, ਪੰਜਾਬ ਜਿਹੜਾ ਪੂਰੇ ਦੁਨੀਆ ਦੇ ਵਿੱਚ ਇੱਕ ਰਾਜਾ ਮੰਨਿਆ ਜਾਂਦਾ ਸੀਗਾ, ਲੋਕਾਂ ਦੀ ਇਸ ਤਰ੍ਹਾਂ ਦੀ ਤਸਵੀਰ ਆ ਕਿ ਅਸੀਂ ਭੁੱਖੇ ਮਰਦੇ ਵੀ ਅਸੀਂ ਲੋਕਾਂ ਲਈ ਲੰਗਰ ਲਾ ਦਈਦੇ ਆ, ਜਿਨ੍ਹਾਂ ਨੇ ਇਹ ਸਾਨੂੰ ਖਿਲਾਉਂਦੇ ਆ। ਆਪਾਂ ਦੇਖਦੇ ਕਿਸੇ ਕਮਿਊਨਿਟੀ 'ਚ, ਪੰਜਾਬ 'ਚ ਭਾਵੇਂ ਕੋਈ ਕਮਿਊਨਿਟੀ ਹੋਵੇ, ਲੰਗਰ ਪਾਣੀ ਲਈ, ਸੇਵਾ ਲਈ ਤਾਂ ਕੋਈ ਪਿੱਛੇ ਨਹੀਂ ਰਹਿੰਦਾ ਨਾ। ਇਸ ਕਰਕੇ ਕੇਜਰੀਵਾਲ ਦੀਆਂ ਜਿਹੜੀਆਂ ਕੱਲ੍ਹ ਦੇ ਐਲਾਨ ਆ, ਉਹਦੇ ਤੋਂ ਬਹੁਤ ਲੋਕ ਜਿਹੜੇ ਪੰਜਾਬ ਦਾ ਹਿੱਤ ਰੱਖਣ ਵਾਲੇ ਆ ਵੱਡੇ ਤੌਰ ਤੇ ਉਹ ਨਿਰਾਸ਼ ਹੋਏ ਆ। ਇਹ ਕੋਈ ਬਾਹਲੀ ਵਧੀਆ ਨਹੀਂ। ਪਹਿਲਾਂ ਲੋਕ ਮੁਫਤਖੋਰੇ ਸੀ, ਇਹ ਹੁਣ ਗਾਂ ਮੁਫਤੂ ਬਣਾਉਣ ਦੀ ਜਿਹੜੀ ਰਾਜਨੀਤੀ ਕਰਕੇ ਚਲੇ ਗਏ। ਬਿਲਕੁਲ ਸ਼ਰਮਾ ਜੀ, ਕੇਜਰੀਵਾਲ ਨੇ ਜਿਹੜਾ ਕੱਲ ਬਿਆਨ ਦਿੱਤਾ 300 ਯੂਨਿਟ ਮਾਫ ਕਰਨ ਦਾ, ਸਾਰਾ ਦਿਨ ਉਹੀ ਭੰਬਲ ਭੂਸੇ 'ਚ ਰਿਹਾ, ਲੋਕਾਂ ਨੂੰ ਬਹੁਤ ਕੁਝ ਕਲੀਅਰ ਨਹੀਂ ਹੋਇਆ। ਜੀ
ਬਿਲਕੁਲ ਜੀ, ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਉਹਨਾਂ ਨੇ ਜਿਹੜਾ ਕਿਹਾ ਆ 300 ਯੂਨਿਟ ਦਾ, ਕਿ ਜਦੋਂ 300 ਤੋਂ ਪਲੱਸ ਕੁਝ ਕੰਜ਼ੰਪਸ਼ਨ ਵੱਧ ਜਾਏਗੀ ਤੇ ਫਿਰ ਉਹ ਸਾਰਾ ਬਿੱਲ ਲਿਆ ਜਾਵੇਗਾ। ਉਹਦੇ ਚ ਬਾਅਦ ਜਦੋਂ ਉਹਦਾ ਧਿਆਨ ਦਿਵਾਇਆ ਗਿਆ ਤੇ ਫਿਰ ਉਹਨਾਂ ਨੇ ਉਹਦੀ ਕਲੈਰੀਫਿਕੇਸ਼ਨ ਦੁਬਾਰਾ ਪ੍ਰੈਸ ਰਿਲੀਜ਼ ਕਰਕੇ ਦਿੱਤੀ ਆ ਕਿ ਨਹੀਂ, ਇਦਾਂ ਨਹੀਂ ਹੈਗਾ। ਜਿਹੜਾ ਬਾਅਦ ਦਾ ਜਿਹੜੀ 300 ਤੋਂ ਬਾਅਦ ਜੋ ਬਿੱਲ ਜਿਹੜੀ ਯੂਨਿਟ ਫੂਕੀਆਂ ਜਾਣਗੀਆਂ, ਜਿੰਨੀਆਂ ਖਪਤ ਹੋਵੇਗੀ, ਉਹਦਾ ਬਿੱਲ ਜਿਹੜਾ ਆਏਗਾ 300 ਦਾ ਕੋਈ ਨਹੀਂ ਆਏਗਾ। ਮੈਂ ਬਿਲਗਾ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਇਹ ਸਾਰੇ ਜਿਹੜੇ ਆ ਉਹ ਮਸਲੇ ਤਾਂ ਹੈਗੇ ਆ ਵੋਟਾਂ ਦੇ। ਦੋ ਗੱਲਾਂ ਉਹਦੇ ਚ ਮੈਨੂੰ ਕੇਜਰੀਵਾਲ ਸਾਹਿਬ ਜਿਹੜੀ ਉਹਨਾਂ ਨੇ ਕੀਤੀਆਂ ਆ ਉਹਦੇ ਚ ਦੂਜੀਆਂ ਪਾਰਟੀਆਂ ਨਾਲੋਂ ਥੋੜੀ ਜਿਹੀਆਂ ਡਿਫਰੈਂਟ ਲੱਗਦੀਆਂ। ਇੱਕ ਤਾਂ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਪੰਜਾਬ ਦੇ ਵਿੱਚ ਰਿਸੋਰਸਸ ਦੀ ਕੋਈ ਕਮੀ ਨਹੀਂ ਆ, ਅਸੀਂ ਉਹਨਾਂ ਦਾ ਯੂਟਿਲਾਈਜੇਸ਼ਨ ਕਰਾਂਗੇ। ਇਸ ਚੀਜ਼ ਨੂੰ ਸਰਕਾਰੀ ਖਾਤੇ ਦੇ ਉੱਤੇ, ਸਰਕਾਰੀ ਜਿਹੜਾ ਖਜ਼ਾਨਾ ਹੈ ਉਹਦੇ ਉੱਤੇ ਬੋਝ ਨਹੀਂ ਬਣਾਵਾਂਗੇ। ਉਹਨਾਂ ਨੇ, ਭਗਵੰਤ ਮਾਨ ਨੇ ਵੀ ਇਹ ਗੱਲ ਪਹਿਲਾਂ ਆਪਣੇ ਭਾਸ਼ਣ 'ਚ ਦੱਸੀ ਆ ਤੇ ਕੇਜਰੀਵਾਲ ਸਾਹਿਬ ਨੇ ਵੀ ਇਹ ਗੱਲ ਕਹੀ ਆ ਕਿ ਜਿਹੜੀਆਂ ਇੱਥੇ ਚੋਰ ਮੋਰੀਆਂ ਆ, ਜਿਹੜਾ ਬਿਜਲੀ ਦਾ ਸਿਸਟਮ ਖਰਾਬ ਆ, ਪਹਿਲਾਂ ਉਹਨੂੰ ਦਰੁਸਤ ਕੀਤਾ ਜਾਵੇ। ਕੰਪਨੀਆਂ ਦੀ ਸਰਕਾਰਾਂ ਨਾਲ ਗੰਢ ਧੁੱਪ ਖਤਮ ਕਰਨ ਦੀ ਵੀ ਗੱਲ ਕਰਦੇ। ਦੂਸਰੀ ਗੱਲ ਉਹਨਾਂ ਨੇ ਕੀਤੀ ਆ ਉਹੀ ਜਿਹੜੀ ਤੁਸੀਂ ਹੁਣੇ ਗੱਲ ਕਰਦੇ ਆ ਕੰਪਨੀਆਂ ਨਾਲ ਗੰਢ ਧੁੱਪ ਕਰਨ ਦੀ, ਕਿ ਜਿਹੜੀਆਂ ਬਿਜਲੀ ਸਮਝੌਤੇ ਪਿਛਲੀਆਂ ਸਰਕਾਰਾਂ ਨੇ ਕੀਤੇ ਆ, ਜਿਹਦੇ ਅਧੀਨ ਸਾਨੂੰ ਬਿਜਲੀ ਨਾ ਵਰਤਣ ਦੇ ਬਾਵਜੂਦ ਵੀ ਸਰਕਾਰਾਂ ਜਿਹੜੀਆਂ ਆ ਉਹਨਾਂ ਕੰਪਨੀਆਂ ਨੂੰ ਪੇ ਆਊਟ ਕਰ ਰਹੀਆਂ, ਉਹ ਸਾਰੀਆਂ ਚੀਜ਼ਾਂ ਠੀਕ ਕਰਕੇ ਫਿਰ ਅਸੀਂ ਜਿਹੜੀ ਬਿਜਲੀ ਆ ਉਹ ਮੁਫਤ ਦੇ ਪਾਵਾਂਗੇ। ਔਰ ਉਸ ਤੋਂ ਇੰਪੋਰਟੈਂਟ ਜਿਹੜੀ ਉਹਨਾਂ ਨੇ ਗੱਲ ਦੱਸੀ ਇਹ ਆ ਕਿ ਦਿੱਲੀ ਦੇ ਵਿੱਚ ਅਸੀਂ ਬਿਜਲੀ ਸਾਰੀ ਦੀ ਸਾਰੀ ਮੁੱਲ ਲੈ ਕੇ ਮੁਫਤ ਦੇ ਰਹੇ ਹਾਂ, ਉਹਦੇ ਬਾਵਜੂਦ ਵੀ ਸਾਨੂੰ ਉਹ ਵਾਈਬਲ ਬੈਠ ਰਹੀ ਹੈ ਕਿਉਂਕਿ ਉੱਥੇ ਇੰਡਸਟਰੀ ਕਾਫੀ ਆ ਜਾਂ ਆਫੀਸ਼ੀਅਲ ਜਿਹੜੇ ਦਫ਼ਤਰ ਕਾਫੀ ਨੇ। ਦਿੱਲੀ ਜਿਹੜੀ ਆ ਉਹ ਕੈਪੀਟਲ ਵੀ ਹੈਗੀ ਹੈ ਤੇ ਉੱਥੇ ਹੋਰ ਬਹੁਤ ਸਾਰੀਆਂ ਕੰਪਨੀਆਂ ਦੇ ਦਫ਼ਤਰ ਨੇ, ਬਹੁਤ ਸਾਰਾ ਟੈਕਸ ਵੀ ਹੈ। ਪਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੀ ਬਿਜਲੀ ਬਣਾਉਣੇ ਅਸੀਂ ਆਪ ਆ, ਇੱਥੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਾਇਜ਼ ਨੇ, ਦਿੱਤੀਆਂ ਜਾ ਸਕਦੀਆਂ ਨੇ। ਤੇ ਮੈਂ ਇਸ ਗੱਲ ਨਾਲ ਸਹਿਮਤ ਹਾਂ ਉਹਨਾਂ ਦੀ ਨਾਲ ਕਿ ਜੇ ਉਹ ਇਦਾਂ ਸੋਚਦੇ ਨੇ ਤੇ ਇਹ ਇੱਕ ਠੀਕ ਗੱਲ ਆ। ਰਹੀ ਗੱਲ ਮੁਫਤਖੋਰੇ ਬਣਾਉਣ ਦੀ, ਤੇ ਇਹ ਗੱਲ ਫਿਰ ਲੋਕਾਂ ਨੂੰ ਸਮਝਣੀ ਪਵੇਗੀ। ਪਰ ਇੱਕ ਉਹਨੂੰ ਦੂਜੇ ਪਾਸਿਓਂ ਦੇਖਿਆ ਜਾਵੇ ਤੇ ਸਰਕਾਰਾਂ ਦਾ ਕੰਮ ਲੋਕਾਂ ਨੂੰ ਸਹੂਲਤਾਂ ਦੇਣਾ ਵੀ ਹੈ। ਸਾਰੀ ਦੁਨੀਆ ਦੇ ਵਿੱਚ ਸਬਸਿਡੀਜ਼ ਆ ਜਿਹੜੇ ਸੈਕਟਰ ਆ ਦਿੱਤੀ ਜਾਂਦੀਆਂ ਨੇ, ਪਰ ਇਹਦੇ ਨਾਲ ਗੱਲ ਦੇਖਣ ਵਾਲੀ ਇਹ ਆ ਕਿ ਉੱਥੇ ਜਿਹੜਾ ਲੁੱਟ ਖਸੁੱਟਿਆ ਉਹ ਬੰਦ ਹੋਵੇ ਤੇ ਜੇ ਉਹ ਸਬਸਿਡਾਈਜ਼ ਸੈਕਟਰ ਕੋਈ ਦੇ ਰਿਹਾ ਤਾਂ ਸਰਕਾਰ ਦੀ ਜਿਹੜੀ ਇਨਕਮ ਹੈ ਉਹ ਵੀ ਬਣੇ। ਇਹ ਨਾ ਹੋਵੇ ਕਿ ਬਿਜਲੀ ਬੋਰਡ ਦਾ ਤੇ ਪੱਠਾ ਬੈਠ ਗਿਆ ਤੇ ਬਿਜਲੀ ਜਿਹੜੀ ਆ ਫ੍ਰੀ ਆ। ਦੂਸਰੀਆਂ ਸਰਕਾਰਾਂ ਹੁਣ ਤੱਕ ਇਸੇ ਸਿਸਟਮ ਤੇ ਕੰਮ ਕਰ ਰਹੀਆਂ ਵੀ ਇਹ ਜਿਹੜਾ ਬੋਰਡ ਆ ਉਹ ਜਦੋਂ ਮਰਜ਼ੀ ਵੇਚ ਦਈਏ, ਜਦੋਂ ਮਰਜ਼ੀ ਬੰਦ ਕਰ ਦਈਏ। ਪਰ ਉਹਨਾਂ ਦੀ ਜਿਹੜੀ ਗੱਲ ਇਹ ਸੀ ਕਿ ਜਿਹੜੀਆਂ ਚੋਰ ਮੋਰੀਆਂ ਆ ਜਾਂ ਜਿਹੜੇ ਸਿਸਟਮ 'ਚ ਖਰਾਬੀਆਂ ਆ ਉਹਨਾਂ ਨੂੰ ਖਤਮ ਕਰਾਂਗੇ, ਉਹਨਾਂ ਨੂੰ ਠੀਕ ਕਰਾਂਗੇ, ਫਿਰ ਅਸੀਂ ਜਿਹੜੀ ਬਿਜਲੀ ਆ ਉਹ ਮੁਫਤ ਦੇ ਸਕਦੇ ਹਾਂ। ਕੁੱਲ ਮਿਲਾ ਕੇ ਪੰਜਾਬ ਦੇ ਲੋਕਾਂ ਨੂੰ ਮਿੱਠਾ ਜ਼ਹਿਰ ਦਿੱਤਾ ਜਾ ਰਿਹਾ ਇਸ ਵੇਲੇ, ਤੁਸੀਂ ਕਹਿ ਸਕਦੇ ਹੋ। ਮੈਨੂੰ ਬਹੁਤਾ ਨਹੀਂ ਮੈਂ ਇਦਾਂ ਲੱਗਦਾ ਜੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਗਾ ਜੀ, ਜਿਵੇਂ ਹੁਣੇ ਗੱਲ ਕੀਤੀ ਸੀ ਕੇਜਰੀਵਾਲ ਦੀ ਕਿ ਲਾਰੇ ਲਾ ਕੇ ਗਿਆ, ਤੇ ਲਾਰਿਆਂ ਦੀ ਪੰਡ ਤੇ ਕੈਪਟਨ ਦੀ ਵੀ ਬੜੀ ਭਾਰੀ ਸੀ। ਸਵਲੀਨ, ਇਹ ਤਕਰੀਬਨ ਸਾਰੀਆਂ ਅਸਲ ਜਿਹੜੀ ਗੱਲ ਕਰਦੇ ਸੀ ਨਾ ਵੀ ਆਮ ਆਦਮੀ ਪਾਰਟੀ ਤੋਂ ਕੁਝ ਲੋਕ ਵੱਖਰੀਆਂ ਜਿਹੜੀਆਂ ਆਸਾਂ ਲਾ ਕੇ ਬੈਠੇ ਆ ਵੀ ਇਹ ਜੋ ਕੁਛ ਇਹ ਕਰਦੇ ਅਕਾਲੀ ਦਲ ਵਾਲੇ, ਕਾਂਗਰਸ ਵਾਲੇ, ਉਹ ਤਾਂ ਪਿਛਲੇ ਆਪਾਂ 25-30 ਸਾਲ ਤੋਂ ਦੇਖ ਹੀ ਰਹੇ ਹਾਂ ਵੀ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਆਸ ਸੀ ਵੀ ਇਹ ਕੁਛ ਨਵਾਂ ਕਰਨਗੇ। ਜਿਵੇਂ ਕਿ ਉਹਨਾਂ ਨੇ ਇੰਨੀ ਹਾਰਡਲੀ ਉਹ ਗੱਲ ਨਹੀਂ ਕਹੀ ਹੈਗੀ ਵੀ ਜਿਹੜੇ ਸੁਖਬੀਰ ਬਾਦਲ ਨੇ ਗਲਤ ਸਮਝੌਤੇ ਕੰਪਨੀਆਂ ਨੇ ਕੀਤੇ, ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਵੀ ਅਸੀਂ ਇਹਨਾਂ ਨੂੰ ਰਿਵਿਊ ਕਰਕੇ ਅਸੀਂ ਇਹਨਾਂ ਨੂੰ ਖਤਮ ਕਰਾਂਗੇ, ਤੋੜਾਂਗੇ। ਪਰ ਦਿੱਲੀ ਵਿੱਚ ਕੇਜਰੀਵਾਲ ਨੇ ਕੰਪਨੀਆਂ ਦਾ ਉੱਥੇ ਸਖਤੀ ਵਰਤ ਕੇ ਉਹਨਾਂ ਨੇ ਸਮਝੌਤੇ ਜਿਹੜੇ ਸੀਗੇ ਉਹਨਾਂ ਨੂੰ ਲੈਣ ਤੇ ਲਿਆਂਦਾ। ਪਰ ਜਿੰਨਾ ਇਹਨਾਂ ਨੇ ਮੁਖਤਖੋਰੀ ਤੇ ਕੱਲ ਜ਼ੋਰ ਦਿੱਤਾ ਆ ਪ੍ਰੈਸ ਕਾਨਫਰੰਸ ਵੱਧਾ ਪੌਣਾ ਘੰਟਾ, ਉਨੀ ਚੀਜ਼ ਟੈਕਨੀਕਲ ਤੌਰ ਤੇ ਉਹ ਜੇ ਕਿਤੇ ਜਿਹੜਾ ਸੁਖਬੀਰ ਬਾਦਲ ਨੇ ਸਮਝੌਤੇ ਕੀਤੇ ਕੰਪਨੀਆਂ ਨਾਲ, ਜੇ ਉਹਨਾਂ ਨੂੰ ਕਿਤੇ ਲਿਆਣ ਕੇ ਪਬਲਿਕ ਦੇ ਮੂਹਰੇ ਰੱਖਦੇ ਵੀ ਆਹ ਸਮਝੌਤੇ ਆਹ ਕਲੌਜ਼ ਦੇ ਵਿੱਚ ਸੁਖਬੀਰ ਬਾਦਲ ਨੇ ਜਾਂ ਅਕਾਲੀ ਦਲ ਦੀ ਸਰਕਾਰ ਨੇ ਇਹ ਲੋਕਾਂ ਦੇ ਹਿੱਤ ਨਹੀਂ ਦੇਖੇ, ਕੰਪਨੀਆਂ ਦੇ ਹਿੱਤ ਦੇਖੇ ਵੀ ਅਸੀਂ ਇਸ ਜਿਹੜਾ ਕਲੌਜ਼ ਹੋਊਗਾ ਅਸੀਂ ਇਹਨੂੰ ਇਦਾਂ ਤੋੜਾਂਗੇ, ਇਹਨੂੰ ਇਦਾਂ ਤੋੜਾਂਗੇ, ਇਹਨੀ ਗੋਲ-ਮੋਲ ਕਹਿ ਤਾਂ ਦਿੱਤਾ ਜੀ ਅਸੀਂ ਰਿਵਿਊ ਕਰਾਂਗੇ, ਪਰ ਜਿੱਦਾਂ ਇੱਕ ਦਿਨ ਦੇ ਕੇ ਕਹਿਤਾ ਜਿੱਦਣ ਸਾਡੀ ਸਰਕਾਰ ਬਣ ਗਈ ਇਹ ਦੂਜੇ ਦਿਨ ਹੀ ਆਹ ਕੰਮ ਸ਼ੁਰੂ ਹੋ ਜਾਊਗਾ, ਚੌਥੇ ਦਿਨ ਆਹ ਕੰਮ ਸ਼ੁਰੂ ਹੋ ਜਾਊਗਾ, ਜਾਂ 4 ਸਾਲ ਬਾਅਦ ਜਿਹੜਾ ਅਸੀਂ ਬਿਜਲੀ ਸਰਪਲਸ ਕਰਕੇ ਇਨਕੇ ਸੈੱਟ ਕਰ ਦਾਂਗੇ ਸਾਰੀ। ਇਦਾਂ ਇਹ ਗੱਲ ਕਹਿ ਦਿੰਦੇ ਵੀ ਸਾਡੀ ਪਹਿਲੀ ਕੈਬਨਿਟ ਦੇ ਮੀਟਿੰਗ ਦੇ ਵਿੱਚ ਜਿਹੜਾ ਉਹ ਕਾਨੂੰਨੀ ਤੌਰ ਤੇ ਅਸੀਂ ਸਾਰੇ ਪੱਖ ਉਹਦੇ ਪੜ੍ਹ ਲਏ ਆ, ਅਸੀਂ ਕਾਨੂੰਨੀ ਤੌਰ ਦੇ ਵਿੱਚ ਉਹ ਸਾਰਾ ਐਗਰੀਮੈਂਟ ਰੱਦ ਕਰਕੇ ਅਸੀਂ ਨਵਾਂ ਕੰਪਨੀਆਂ ਦੇ ਨਾਲ ਕੰਟਰੈਕਟ ਕਰਾਂਗੇ। ਇਹ ਕਾਨੂੰਨੀ ਤੌਰ ਤੇ ਸੰਭਵ ਹੈ ਜਾਂ ਨਹੀਂ ਸਹਿ, ਇਹ ਤਾਂ ਕਾਨੂੰਨ ਮਾਹਰ ਹੀ ਜਾਣ ਸਕਦੇ ਆ, ਪਰ ਫਿਰ ਵੀ ਇਹਨਾਂ ਨੂੰ ਕੱਲ ਇਹ ਗੱਲ ਚੰਗੀ ਤਰ੍ਹਾਂ ਖੋਲਣੀ ਚਾਹੀਦੀ ਸੀ, ਗੋਲ-ਮੋਲ ਤੇ ਨਹੀਂ ਕਰ ਦਿੱਤੀ ਆ। ਇਸ ਕਰਕੇ ਲਾਰੇ ਜਿਹੜੇ ਲਾਏ ਆ ਇਹ ਬਾਕੀ ਪਾਰਟੀਆਂ ਵਰਗੀ ਇਹ ਪਾਰਟੀ ਵੀ ਹੁਣ ਹੋ ਚੁੱਕੀ ਆ, ਉਸ ਹਿਸਾਬ ਦੇ ਨਾਲ ਜਿੱਦਾਂ ਬਾਕੀ ਪਾਰਟੀਆਂ ਲੋਕਾਂ ਦੇ ਵਿੱਚ ਆਪਣੇ ਝੂਠੇ ਸੱਚੀਆਂ ਗੱਲਾਂ ਕਰਕੇ ਸੱਤਾ ਹਥਿਆਉਣੀ ਚਾਹੁੰਦੀਆਂ, ਤੇ ਇਸ ਵੇਲੇ ਆਮ ਆਦਮੀ ਪਾਰਟੀ ਵੀ ਉਹੀ ਰਾਸਤੇ ਤੇ ਤੁਰ ਚੁੱਕੀ ਆ। ਇਹ ਲੱਗਦਾ ਨਹੀਂ ਹੈਗਾ ਵੀ ਇਹਨਾਂ ਵਿੱਚ ਕੋਈ ਨਵਾਂ ਪੰਜ ਆ, ਵੱਖਰਾ ਪੰਜ ਆ। ਦੂਸਰਾ ਸਵਲੀਨ,
ਸਰਦਾਰਾ ਸਿੰਘ ਜੌਹਲ ਤੋਂ ਲੈ ਕੇ ਹੋਰ ਵੱਡੇ ਵੱਡੇ ਅਰਥ ਸ਼ਾਸਤਰੀ ਇੱਕ ਗੱਲ ਕਹਿੰਦੇ ਰਹੇ ਆ ਵੀ ਪੰਜਾਬ ਦੀ ਸਰਕਾਰ ਕੋਈ ਅਕਲ ਕਰੇ। ਕਿਸਾਨਾਂ ਨੂੰ ਜਿਹੜਾ ਬਿਜਲੀ ਦਾ ਬੰਬੀਆਂ ਦਾ ਬਿੱਲ ਹੈਗਾ, ਮੋਟਰਾਂ ਦਾ ਬਿੱਲ ਆ, ਉਹ ਜੇ ਡਾਇਰੈਕਟ ਕਿਸੇ ਹੋਰ ਰੂਪ ਦੇ ਵਿੱਚ ਕਿਸਾਨਾਂ ਨੂੰ ਉਹ ਮਦਦ ਕਰਦੀ ਆ, ਤੇ ਜੇ ਬਿੱਲ ਲੱਗਦੇ ਆ ਤੇ ਉਹ ਬਿੱਲ ਜਦੋਂ MSP ਦਾ ਸਾਰਾ ਖਰੜਾ ਘੜਿਆ ਜਾਂਦਾ ਆ, ਉਹਦੇ ਵਿੱਚ ਜਦੋਂ ਖਰਚਿਆਂ ਦੇ ਵਿੱਚ ਗਿਣਿਆ ਜਾਊਗਾ ਤੇ ਕਿਸਾਨ ਨੂੰ ਫਸਲ ਦੀ ਜਿਹੜੀ ਆ ਆਮਦਨ ਆ ਜਾਂ ਰੇਟ ਆ ਉਹ ਮੁੱਲ ਆ ਵੱਧ ਮਿਲੂਗਾ। ਕਿਉਂਕਿ ਹੁਣ ਉਹ ਜਦੋਂ ਕਿ ਕੇਂਦਰ ਸਰਕਾਰ ਜਦੋਂ ਭਾਅ ਤੈਅ ਕਰਦੀ ਆ, ਉਹ ਬਿਜਲੀ ਨੂੰ ਉੱਥੋਂ ਮਾਈਨਸ ਕਰ ਦਿੰਦੀ ਵੀ ਬਿਜਲੀ ਤੇ ਇਹਨਾਂ ਨੂੰ ਮੁਫਤ ਮਿਲਦੀ ਆ, ਪਰ ਬਿਜਲੀ ਮੁਲਕ ਕਿਸਾਨਾਂ ਨੂੰ ਤਾਂ ਮਿਲਦੀ ਆ, ਪੰਜਾਬ ਦੇ ਸਰਕਾਰ ਦੇ ਖਾਤੇ 'ਚੋਂ ਤਾਂ ਪੈਸਾ ਜਾ ਰਿਹਾ ਨਾ। ਤੇ ਇਹ ਆਰਥਿਕ ਮਾਹਰਾਂ ਦਾ ਇਹ ਕਹਿਣ ਸੀ ਵੀ ਸਰਕਾਰ ਜਿਹੜੀ ਕਿਸਾਨਾਂ ਨੂੰ ਆ ਉਨੀ ਮਦਦ ਜਿਹੜੀ ਆ ਉਹ ਹੋਰ ਢੰਗ ਦੇ ਨਾਲ ਦੇ ਦੇਵੇ, ਤੇ ਕਿਸਾਨ ਜੇ ਬਿਜਲੀ ਦਾ ਬਿੱਲ ਦੇਣ ਨੂੰ ਤਿਆਰ ਆ ਬਰਸ ਤੇ, ਕਿ ਉਹ ਚਾਹੁੰਦੇ ਜੇ ਸਾਨੂੰ 8 ਘੰਟੇ ਦਾ ਲਾਰਾ ਲਾਇਆ, ਸਾਨੂੰ 8 ਘੰਟੇ ਬਿਜਲੀ ਦਿੱਤੀ ਜਾਵੇ। ਜਿਹੜੇ ਹਾਲਾਤ ਪਿਛਲੇ 8-10 ਦਿਨ ਤੋਂ ਚੱਲ ਰਹੇ ਆ, ਕੋਈ ਸਬ ਡਿਵੀਜ਼ਨ ਇਦਾਂ ਦੀ ਨਹੀਂ ਹੈਗੀ ਬਿਜਲੀ ਬੋਰਡ ਦੀ ਜਿੱਥੇ ਇਸ ਵੇਲੇ ਧਰਨੇ ਨਹੀਂ ਲਾਏ ਜਾ ਰਹੇ। ਇਹਨਾਂ ਨੂੰ ਲੱਗਦਾ ਸੀ ਵੀ ਕਿਸਾਨ ਦਿੱਲੀ ਜਾ ਕੇ ਬੈਠੇ ਆ, ਸਾਨੂੰ ਇੱਥੇ ਕਿਹੜਾ ਕਿਸੇ ਨੇ ਪੁੱਛਣਾ ਆ, ਪਰ ਕਿਸਾਨਾਂ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਖੇਤੀ ਦਾ ਬਿਜਲੀ ਦਾ ਸੰਕਟ ਆ, ਸਾਰੇ ਥਾਈਂ ਇਸ ਵੇਲੇ ਧਰਨੇ ਲੱਗ ਰਹੇ ਆ। ਬਿਜਲੀ ਦੇ ਪੱਖੋਂ ਇਸ ਵੇਲੇ ਸਰਕਾਰ ਦਾ ਜਲੂਸ ਨਿਕਲਿਆ ਹੋਇਆ ਆ। ਜਿਹੜੀ ਸਰਪਲਸ ਦਾ ਰੌਲਾ ਪਾਇਆ, ਜਿਹੜਾ ਕੱਲ ਕੇਜਰੀਵਾਲ ਵੀ ਕਹਿੰਦਾ ਸੀਗਾ ਵੀ ਬਿਜਲੀ ਸਰਪਲਸ ਆ, ਪਰ ਪਿਛਲੇ 10-15 ਦਿਨ ਤੋਂ ਆਪਾਂ ਦੇਖ ਰਹੇ ਆ ਡੀਜ਼ਲ ਨੇ ਪਹਿਲਾਂ ਅਸਮਾਨ ਕੀਮਤਾਂ ਨੇ ਅਸਮਾਨ ਛੂੰਦੇ ਭਾਅ ਹੋਏ ਆ, ਤੇ ਜਨਰੇਟਰ ਲੋਕ ਜ਼ਿਮੀਂਦਾਰ ਜਾਂ ਘਰੇਲੂ ਜਨਰੇਟਰ ਲਾ ਕੇ ਆਪਣਾ ਟਾਈਮ ਪਾਸ ਕਰ ਰਹੇ ਆ। ਬਿਜਲੀ ਦਾ ਪੰਜਾਬ ਦੇ ਵਿੱਚ ਬਹੁਤ ਮਾੜਾ ਹਾਲ ਆ। ਪਿਛਲੇ 8-10 ਸਾਲ 'ਚ ਇੰਨਾ ਮਾੜਾ ਹਾਲ ਨਹੀਂ ਹੋਇਆ ਜਿੰਨਾ ਇਸ ਸੀਜ਼ਨ ਦੇ ਵਿੱਚ ਬਿਜਲੀ ਨੇ ਲੋਕਾਂ ਦੀ ਤਰਾਹ ਕਰਾਈ ਹੋਈ ਆ। ਲੋਕ ਚਾਹੁੰਦੇ ਆ ਸਾਡੇ ਤੋਂ ਪੈਸੇ ਲਓ, ਅਸੀਂ ਪੈਸੇ ਦੇਣ ਨੂੰ ਤਿਆਰ ਆ। ਪੂਰੇ ਭਾਰਤ ਵਿੱਚ ਪੰਜਾਬ ਇੱਕੋ ਇੱਕ ਇਦਾਂ ਦੀ ਸਟੇਟ ਆ ਜਿਹਦੇ ਵਿੱਚ ਬਿਜਲੀ ਦੇ ਇੰਨੇ ਵੱਡੇ ਰੇਟ ਆ, ਜਿਹੜਾ ਮੁੱਖ ਦੇਣ ਨੂੰ ਕਹਿੰਦੇ ਆ ਨਾ, ਇਹ ਕੰਪਨੀਆਂ ਦੇ ਨਾਲ ਜਿਹੜੇ ਗਲਤ ਕੰਟਰੈਕਟ ਹੋਏ ਉਹਨਾਂ ਨੂੰ ਕੈਂਸਲ ਕਰਕੇ ਲੋਕਾਂ ਨੂੰ ਕਹਿਣ ਅਸੀਂ ਤੁਹਾਨੂੰ 3 ਰੁਪਏ 4 ਰੁਪਏ 5 ਰੁਪਏ ਯੂਨਿਟ ਦੇਵਾਂਗੇ ਤੇ ਆਹ ਲਓ ਆਪਣੇ ਕੰਮ, ਤੁਸੀਂ ਆਪਣਾ ਕੰਮ ਕਰਕੇ ਬਿੱਲ ਤਾਰੋ। ਲੋਕਾਂ ਨੂੰ ਮੁਫਤਖੋਰੇ ਨਹੀਂ ਬਣਾਉਣਾ ਚਾਹੀਦਾ। ਇਸ ਕਰਕੇ ਆਮ ਆਦਮੀ ਪਾਰਟੀ ਹਜੇ ਵੀ ਆਪਣੇ ਇਹਨਾਂ ਜਿਹੜੇ ਆਉਣ ਵਾਲੇ ਹੋਰ ਇਹਨਾਂ ਨੇ ਪ੍ਰੋਗਰਾਮ ਦੇਣੇ ਆ, ਉਹਦੇ ਵਿੱਚ ਕੋਸ਼ਿਸ਼ ਕਰਨ ਪੰਜਾਬ ਨੂੰ ਨਵਾਂ ਵਿਜ਼ਨ ਦੇਣ ਦੀ, ਪੰਜਾਬ ਨੂੰ ਇੱਕ ਨਵੇਂ ਪਾਸੇ ਲਿਜਾਣ ਦੀ। ਜਿਹੜੇ ਪਾਸੇ ਪਹਿਲੇ ਦੋ ਧਿਰਾਂ ਲੈ ਕੇ ਗਈਆਂ, ਜੇ ਉਧਰ ਨੂੰ ਤੋਰੀ ਜਾਣਗੇ ਤੇ ਇਹਨਾਂ ਵਿੱਚ ਕੋਈ ਬਾਹਲਾ ਫਰਕ ਨਹੀਂ ਹੈਗਾ। ਜੀ ਸ਼ਰਮਾ ਜੀ, ਅੱਜ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਬੜੀ ਫਿਕਰ ਸਤਾ ਰਹੀ ਹੈ। ਗੋਡੇ-ਗੋਡੇ ਗਰਮੀ ਆ ਤੇ ਉਹ AC ਛੱਡ ਕੇ ਇੱਕ ਛਾਪਾ ਮਾਰਨ ਗਏ ਨੇ। ਬਿਲਕੁਲ ਜੀ, ਪਹਿਲਾਂ ਅੰਮ੍ਰਿਤਸਰ ਗਏ ਹੋਏ ਸੀ, ਉਸ ਤੋਂ ਬਾਅਦ ਬਿਆਸ ਦਰਿਆ ਤੇ ਮਾਈਨਿੰਗ ਦੇਖ ਕੇ ਉਹਨਾਂ ਨੇ ਵੀ ਬਹੁਤ ਨਰਗਰਮ ਰੁਖ ਅਪਣਾਇਆ। SSP ਅੰਮ੍ਰਿਤਸਰ ਨੂੰ ਵੀ ਫੋਨ ਕੀਤਾ, ਸ਼ਾਇਦ ਕੁਝ ਹੋਰ ਵੀ ਅਫਸਰਾਂ ਨਾਲ ਗੱਲ ਕੀਤੀ ਹੈ ਕਿ ਜਿਹੜੀ ਮਾਈਨਿੰਗ ਹੈ ਰੁਕਵਾਓ ਤੇ ਮੈਂ ਉਨੀ ਦੇਰ ਉੱਥੋਂ ਜਾਣਾ ਨਹੀਂ। ਥੋੜਾ ਜਿਹਾ ਫਰਕ ਰਿਹਾ ਇਹਨਾਂ ਦਾ ਕਿ ਕੈਪਟਨ ਸਾਹਿਬ ਨੇ ਇਹੀ ਮਾਈਨਿੰਗ ਜਿਹੜੀ ਹੈ ਹੈਲੀਕਾਪਟਰ ਤੋਂ ਦੇਖੀ ਸੀ ਤੇ ਸੁਖਬੀਰ ਸਿੰਘ ਬਾਦਲ ਨੂੰ ਇਹੀ ਜਿਹੜੀ ਆ ਉਹ ਬਾਈ ਕਾਰ ਜਾ ਕੇ ਦੇਖਣੀ ਪਈ ਹੈ ਦੋਨੋਂ ਇੱਕੋ ਜਿਹੇ। ਇਹ ਜਿਹੜੀ ਜਿਸ ਮਾਈਨਿੰਗ ਦਾ ਸੁਖਬੀਰ ਸਿੰਘ ਬਾਦਲ ਨੂੰ ਅੱਜ 4.5 ਸਾਲ ਬਾਅਦ ਯਾਦ ਆਇਆ, ਇਹ ਵੀ ਗੱਲ ਵੋਟਾਂ ਨਾਲ ਜੁੜੀ ਹੋਈ ਹੈ। ਜਦੋਂ ਇਹਨਾਂ ਦਾ ਆਪਣਾ ਰਾਜ ਸੀ, ਮਾਈਨਿੰਗ ਰੌਲਾ ਵੀ ਉਦੋਂ ਸਭ ਤੋਂ ਜ਼ਿਆਦਾ ਪਿਆ। ਬਿਲਕੁਲ, ਜਦੋਂ ਬਿਆਸ ਦਰਿਆ ਦੇ ਵਿੱਚ ਬੀਤੇ ਸਮੇਂ 'ਚ ਹੜ੍ਹ ਆਇਆ ਸੀ ਤਾਂ ਉਦੋਂ ਸਭ ਤੋਂ ਜ਼ਿਆਦਾ ਜਿੰਨੇ ਵੀ ਇਹ ਵਾਤਾਵਰਣ ਮਾਹਰ ਸੀਗੇ ਜਾਂ ਜਿੰਨੇ ਵੀ ਜਿਹੜੇ ਧਰਤੀ ਦੀ ਫਿਕਰ ਕਰਨ ਵਾਲੇ ਲੋਕ ਆ, ਉਹਨਾਂ ਸਾਰਿਆਂ ਨੇ ਇਹਦੇ ਅੰਕੜੇ ਦੱਸੇ ਸੀ ਕਿ ਕਟਾਵ ਇਹ ਜਿਹੜਾ ਆ ਇੰਨਾ ਇਸੇ ਕਰਕੇ ਹੋਇਆ ਕਿਉਂਕਿ ਜਿਹੜੀ ਇਲੀਗਲ ਮਾਈਨਿੰਗ ਆ ਉਹ ਬਹੁਤ ਵੱਡੀ ਪੱਧਰ ਤੇ ਕੀਤੀ ਗਈ ਹੈ। ਅਸੀਂ ਜੇ ਸਵਲੀਨ ਜੀ ਕੋ ਥੋੜੇ ਸਾਲ ਪਿੱਛੇ ਚਲੇ ਜਾਈਏ ਤੇ ਰੇਤਾ ਦਾ ਕੋਈ ਵਪਾਰ ਨਹੀਂ ਹੁੰਦਾ ਸੀ, ਕੋਈ ਰੇਤਾ ਨੂੰ ਪੁੱਛਦਾ ਨਹੀਂ ਸੀ। ਕੰਸਟਰਕਸ਼ਨ ਦੀ ਜਦੋਂ ਕਿਤੇ ਲੋੜ ਹੁੰਦੀ ਸੀ, ਲਾਗੇ ਦੇ ਚੋਚ ਜਦੋਂ ਮਰਜ਼ੀ ਤੁਸੀਂ ਰੇੜੇ ਤੇ ਗੱਡੇ ਤੇ ਟਰਾਲੀ ਤੇ ਭਰ ਲਿਆਉਂਦੇ ਸੀ। ਫਿਰ ਇੱਕ ਸਮਾਂ ਆਇਆ ਕਿ ਉੱਥੇ ਕੋਈ ਬੰਦਾ ਖੜਾ ਹੋਣ ਲੱਗ ਪਿਆ, ਉਹ ਕਹਿਣ ਲੱਗ ਪਿਆ ਭਾਜੀ ਇਹਦਾ ਤਾਂ ਠੇਕਾ ਚੜਿਆ ਆ ਤੇ ਟਰਾਲੀ ਤੇ ਤੁਹਾਨੂੰ ਪੈਸੇ ਦੇਣੇ ਪੈਣੇ। ਪਰ ਹੁਣ ਕਰਦਿਆਂ ਅਸੀਂ ਉਹ ਜਿਹੜੀ ਰੇਤਾ ਆ ਉਹ ਸੀਮੈਂਟ ਨਾਲੋਂ ਵੀ ਮਹਿੰਗੀ ਦੇਖੀ ਆ ਤੇ ਹੋਰ ਬਹੁਤ ਚੀਜ਼ਾਂ ਦੇ ਮੁਕਾਬਲੇ ਉਹਦਾ ਜਿਹੜਾ ਰੇਟ ਆ ਉਹ ਬਹੁਤ ਜ਼ਿਆਦਾ ਵਾਧਾ ਦੇਖਿਆ। ਤੇ ਇਸੇ ਸਰਕਾਰ ਜਦੋਂ ਇਹ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਸੀ ਤੇ ਮਾਈਨਿੰਗ ਜਿਹੜਾ ਆ ਸਭ ਤੋਂ ਵੱਡੇ ਮੁੱਦਿਆਂ 'ਚ ਸੀ। ਰੇਤ ਮਾਫੀਆ ਜਿਹੜਾ ਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਤੇ ਨਸ਼ੇ ਦਾ ਵਪਾਰ, ਤੇ ਉਸ ਤੋਂ ਬਾਅਦ ਅਖੀਰਲੇ ਸਮੇਂ ਦੇ ਵਿੱਚ ਹੋਈ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਸੱਚੇ ਸੌਦੇ ਨਾਲ ਜਿਹੜਾ ਸੀਗਾ ਮਸਲਾ, ਇਹ 5-7 ਗੱਲਾਂ ਜਿਹੜੀਆਂ ਆ ਉਹ ਇਸੇ ਸਰਕਾਰ ਦੇ ਵਿਰੋਧ 'ਚ ਭੁਗਤੀਆਂ ਸੀ, ਤਾਂ ਹੀ ਇਹਨਾਂ ਦੀ ਸਰਕਾਰ ਜਿਹੜੀ ਆ ਉਹ ਡਿੱਗੀ ਸੀ। ਤੇ ਹੁਣ ਇਹਨਾਂ ਨੇ ਜਿਹੜੀ ਇਹ ਮਾਫੀਏ ਲਈ ਜਿਹੜਾ ਇਹਨਾਂ ਦਾ ਪਿਆਰ ਜਾਗਿਆ ਆ ਮਾਈਨਿੰਗ ਨੂੰ ਲੈ ਕੇ, ਇਹਨਾਂ ਨੇ ਆਪ ਵੀ ਕੋਈ ਚੰਗਾ ਕੰਮ ਨਹੀਂ ਕੀਤਾ ਤੇ ਜਿਹੜੀ ਸਮੇਂ ਦੀ ਹੁਣ ਸਰਕਾਰ ਆ, ਕੰਮ ਉਹਨਾਂ ਨੇ ਵੀ ਕੋਈ ਨਹੀਂ ਕੀਤਾ। ਇਹ ਵੀ ਗੱਲ ਮੰਨਣੀ ਪੈਣੀ ਆ ਕਿ ਜੇ ਉਸ ਸਰਕਾਰ ਨੇ, ਅਕਾਲੀ ਦਲ ਨੇ ਇਸ ਮਸਲੇ ਨੂੰ ਨੱਥ ਨਹੀਂ ਸੀ ਪਾਈ ਤੇ ਉਸ ਮਸਲੇ ਨੂੰ ਨੱਥ ਕੈਪਟਨ ਸਾਹਿਬ ਨੇ ਵੀ ਨਹੀਂ ਪਾਈ। ਮਜ਼ਾਕ ਪੰਜਾਬ 'ਚ ਚੱਲਦੇ ਆ, ਪਰ ਟਰਾਲੀਆਂ ਵੀ ਉਹੀ ਆ, ਟਿੱਪਰ ਵੀ ਉਹੀ ਆ, ਸਿਰਫ ਡਰਾਈਵਰ ਹੀ ਬਦਲਿਆ। ਤੇ ਬਹੁਤੀ ਜਗ੍ਹਾ ਤੇ ਤਾਂ ਇਹ ਵੀ ਕਿਹਾ ਜਾਂਦਾ ਕਿ ਡਰਾਈਵਰ ਵੀ ਨਹੀਂ ਬਦਲੇ, ਬਸ ਹਿੱਸਾ ਜਾਣ ਵਾਲਾ ਘਰ ਬਦਲਿਆ। ਪਹਿਲਾਂ ਹਿੱਸਾ ਇੱਧਰ ਨੂੰ ਜਾਂਦਾ ਸੀ ਤੇ ਹੁਣ ਉਹ ਜਿਹੜੇ ਪ੍ਰੋਫਿਟ ਦਾ ਹਿੱਸਾ ਆ ਦੂਜੇ ਪਾਸੇ ਨੂੰ ਜਾਂਦਾ, ਫਰਕ ਕੋਈ ਨਹੀਂ। ਜੀ ਇਹ 'ਚ ਸਵਲੀਨ ਜੀ ਮੈਂ ਗੱਲ ਸ਼ਰਮਾ ਜੀ ਦੀ ਗੱਲ ਨਾਲ ਜੋੜਨਾ ਚਾਹੁੰਦਾ ਵੀ ਜਿਹੜਾ ਸੁਖਬੀਰ ਬਾਦਲ ਅੱਜ ਤਪਦੀ ਗਰਮੀ ਦੇ ਵਿੱਚ AC ਗੱਡੀ ਦੇ ਵਿੱਚ ਘੁੰਮਦਾ ਫਿਰਦਾ ਤੇ ਆਪਣੀ ਸਰਕਾਰ ਦੇ 10 ਸਾਲ ਲੰਘੇ ਆ। ਆਪਾਂ ਬੇਅੰਤ ਸਿੰਘ ਸਰਕਾਰ ਦਾ ਟਾਈਮ ਵੀ ਦੇਖਿਆ, ਉਸ ਤੋਂ ਬਾਅਦ
ਅਕਾਲੀ ਦਲ ਦੀ 97 ਵਾਲੀ ਸਰਕਾਰ ਵੀ ਦੇਖੀ ਆ। ਉਸ ਵੇਲੇ ਇੰਨਾ ਮਾਈਨਿੰਗ ਦਾ ਵੱਡਾ ਕੋਈ ਜ਼ਿਆਦਾ ਲੋਕਾਂ ਦੇ ਵਿੱਚ ਗੱਲ ਨਹੀਂ ਸੀ ਕਿ ਏਡਾ ਵੱਡਾ ਰੌਲਾ ਨਹੀਂ ਸੀ, ਥੋੜਾ ਸ਼ੁਰੂਆਤ ਜ਼ਰੂਰ ਹੋਈ ਸੀ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਫੇਰ ਦੁਬਾਰਾ 2002 ਚ ਆ ਜਾਂਦਾ, 2002 ਤੋਂ ਲੈ ਕੇ 2007 ਤੱਕ ਰਹਿੰਦੇ ਆ। ਪਰ ਇਹ ਦੇਖਦੇ ਆ ਕਿ ਆ ਜਿਹੜਾ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਆ, ਤੁਸੀਂ ਜਿੱਥੋਂ ਪਹਾੜਾਂ ਤੋਂ ਦਰਿਆ ਤੁਰਦੇ ਤਾਂ ਮਖੂ ਜੀਰੇ ਤੱਕ, ਜਿੱਥੇ ਤੱਕ ਪਾਕਿਸਤਾਨ ਚ ਰਲਦੇ ਜਾ ਕੇ, ਚਾਹੇ ਬਿਆਸ ਚਾਹੇ ਸਤਲੁਜ ਆ, ਨਿਗਾਹ ਤਾਂ ਮਾਰ ਕੇ ਦੇਖਣ ਵੀ ਅਕਾਲੀ ਦਲ ਦਾ ਕਿਹੜਾ ਐਮਐਲਏ ਜਾਂ ਕਿਹੜਾ ਮੰਤਰੀ ਉਸ ਵੇਲੇ ਇਹ ਮਾਈਨਿੰਗ ਦੇ ਮਸਲੇ ਦੇ ਵਿੱਚ ਬਦਨਾਮ ਨਹੀਂ ਹੋਇਆ, ਜਾਂ ਮਾਈਨਿੰਗ ਦੇ ਮਸਲੇ ਦੇ ਵਿੱਚ ਉਹਨਾਂ ਦੇ ਨਾਂ ਨਹੀਂ ਆਏ। ਕੱਲੇ ਇਹਨਾਂ ਦੇ ਜਿਹੜੇ ਵੱਡੇ ਵੱਡੇ ਲੀਡਰ ਸੀ ਉਹਨਾਂ ਦੇ ਬਕਾਇਦਾ ਨਾਂ ਆਉਂਦੇ ਰਹੇ ਆ ਵੀ ਇੰਨੇ ਦਰਜਨਾਂ ਟਿੱਪਰ ਐਸਾ ਮੰਤਰੀ ਦੇ ਚੱਲਦੇ ਆ, ਇੰਨੇ ਦਰਜਨਾਂ ਟਿੱਪਰ ਫਲਾਣੇ ਵਿਧਾਇਕ ਦੇ ਚੱਲਦੇ ਆ। ਤੇ ਇਹੀ ਜਿਹੜੀ ਕੜੀ ਆ ਇਸ ਸਰਕਾਰ ਦੇ ਵਿੱਚ ਵੀ ਮੰਤਰੀਆਂ ਨੇ ਘੋਲੀ ਆ, ਬਿਲਕੁਲ ਇਹਦੇ ਵਿੱਚ ਆਣ ਕੇ ਮੰਤਰੀਆਂ ਨੂੰ ਆਪਣੀ ਕੁਰਸੀਆਂ ਤੱਕ ਛੱਡਣੀਆਂ ਪਈਆਂ। ਇਸ ਕਰਕੇ ਇਹ ਸਾਰੇ ਰਲੇ ਮਿਲੇ ਆ, ਇਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਤੇ ਚਾਹੇ ਸਰਕਾਰ ਅੱਜ ਦੀ ਹੈ ਤੇ ਚਾਹੇ ਕੱਲ ਦੀ ਆ, ਜਿਹੜੇ ਨਵੇਂ ਆਉਣ ਵਾਲੇ ਦੇਖਦੇ ਕੀ ਕਰਦੇ ਜੀ। ਸ਼ਰਮਾ ਜੀ, ਅੰਮ੍ਰਿਤਸਰ ਨੂੰ ਅੰਬਰਸਰ ਕਹਿਣ ਦਾ ਕੀ ਰੌਲਾ ਪੈ ਗਿਆ? ਗੱਲ ਥੋੜੀ ਜੀ ਬਦਲੀ ਹੋਈ ਆ। ਗੱਲ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਕਹਿਣ ਦੀ ਨਹੀਂ ਆ। ਅੰਮ੍ਰਿਤਸਰ ਦੇ ਵਿੱਚ ਇੱਕ ਵਪਾਰਕ ਅਦਾਰੇ ਨੇ ਆਪਣੇ ਅਦਾਰੇ ਦਾ ਨਾਮ ਰੱਖਿਆ ਸੀ ਅੰਮ੍ਰਿਤਸਰ, ਤੇ ਡੀਸੀ ਅੰਮ੍ਰਿਤਸਰ ਨੂੰ ਕਿਸੇ ਉੱਥੋਂ ਦੇ ਹੋਰ ਇਨਸਾਨ ਨੇ ਸ਼ਿਕਾਇਤ ਕੀਤੀ, ਕਿਸੇ ਐਨਜੀਓ ਦਾ ਕੋਈ ਬੰਦਾ ਸੀ, ਉਹਨੇ ਸ਼ਿਕਾਇਤ ਕੀਤੀ ਕਿ ਇਹ ਜਿਹੜਾ ਨਾਮ ਆ ਇਹ ਸਾਡੇ ਸ਼ਹਿਰ ਦਾ ਨਾਮ ਖਰਾਬ ਕਰ ਰਿਹਾ, ਤੇ ਇਹ ਜਿਹੜਾ ਆ ਸਾਡੇ ਸ਼ਹਿਰ ਦੀ ਜਿਹੜੀ ਧਾਰਮਿਕ ਭਾਵਨਾਵਾਂ ਨੂੰ ਵੀ ਸਾਡੀਆਂ ਨੂੰ ਜਿਹੜਾ ਉਹਦੇ ਨਾਲ ਠੇਸ ਪਹੁੰਚ ਰਹੀ ਆ, ਤੇ ਇਹਨੂੰ ਰੋਕਿਆ ਜਾਵੇ। ਤੇ ਡੀਸੀ ਸਾਹਿਬ ਨੇ ਵੀ ਉਹਨੂੰ ਬਦਲ ਦਿੱਤਾ, ਉਹਨੂੰ ਰੋਕ ਲਾਤੀ ਕਿ ਭਾਈ ਤੂੰ ਇਹਦਾ ਨਾਮ ਜਿਹੜਾ ਆ ਅੰਮ੍ਰਿਤਸਰ ਰੱਖ, ਆਪਣੀ ਦੁਕਾਨ ਦਾ VR ਅੰਮ੍ਰਿਤਸਰ ਦੀ ਬਜਾਏ VR ਅੰਮ੍ਰਿਤਸਰ ਰੱਖ ਲਾ। ਤੇ ਉਹਨੇ ਫਿਰ ਇਸ ਗੱਲ ਨੂੰ ਡੀਸੀ ਸਾਹਿਬ ਦੀ ਨੂੰ ਲੱਦ ਕੇ ਤੇ ਹਾਈ ਕੋਰਟ ਦੇ ਵਿੱਚ ਕੇਸ ਕਰ ਦਿੱਤਾ। ਤੇ ਮਾਨਯੋਗ ਹਾਈ ਕੋਰਟ ਨੇ ਫਿਰ ਜਦੋਂ ਇਹਨੂੰ ਵਿਚਾਰਿਆ ਤੇ ਉਹਨਾਂ ਨੇ ਫਿਰ ਕਿਹਾ ਇਹ ਗੱਲ, ਜਿਹੜਾ ਡੀਸੀ ਸਾਹਿਬ ਦਾ ਫੈਸਲਾ ਸੀ ਉਹਨੂੰ ਰੱਦ ਕੀਤਾ ਕਿ ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਆ। ਜੇ ਕੋਈ ਇਹਨੂੰ ਅੰਮ੍ਰਿਤਸਰ ਵੀ ਕਹਿੰਦਾ ਤੇ ਕੋਈ ਗੱਲ ਨਹੀਂ, ਕਿਉਂਕਿ ਇਹ ਰਿਜ਼ੈਂਬਲੈਂਸ ਆ। ਇਸ ਸ਼ਹਿਰ ਨੂੰ ਪਿੰਡ ਦੇ ਲੋਕ ਜਾਂ ਆਮ ਪੰਜਾਬ ਦੇ ਲੋਕ ਅੱਜ ਵੀ ਅੰਮ੍ਰਿਤਸਰ ਦੀ ਬਜਾਏ ਅੰਮ੍ਰਿਤਸਰ ਹੀ ਕਹਿੰਦੇ ਨੇ। ਫਿਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਉਹਨਾਂ ਦੇ ਵਕੀਲ ਸੀ, ਉਹਨਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਕਿ ਦਿੱਲੀ ਦਰਬਾਰ ਨਾਂ ਦੀਆਂ ਜਾਂ ਦਿੱਲੀ ਦੇ ਨਾਮ ਨਾਲ ਦਿੱਲੀ ਨੂੰ DILLI ਲਿਖਣ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਤੁਹਾਨੂੰ ਪੂਰੇ ਮੁਲਕ 'ਚ ਮਿਲ ਜਾਣਗੇ। ਕਰਾਚੀ ਦੇ ਨਾਮ ਨਾਲ ਤੁਹਾਨੂੰ ਬਹੁਤ ਸਾਰੇ ਵਪਾਰਕ ਅਦਾਰੇ ਮਿਲਣਗੇ। ਤੇ ਬੜੀ ਪੁਰਾਣੀ ਮੈਨੂੰ ਗੱਲ ਜਦੋਂ ਮੈਂ ਖਬਰ ਪੜ੍ਹਦਾ ਸੀ ਯਾਦ ਆਈ ਕਿ ਅੰਮ੍ਰਿਤਸਰ ਸਵੀਟਸ ਦੀ ਨਾਮ ਦੀਆਂ ਦੁਕਾਨਾਂ ਵੀ ਅਸੀਂ ਆਲੇ ਦੁਆਲੇ ਦੇਖੀਆਂ। ਸੋ ਗੱਲ ਇਹ ਆ ਕਿ ਸਾਡੇ ਮੁਲਕ ਦੇ ਵਿੱਚ ਹਰ ਚੀਜ਼ ਨੂੰ ਲੈ ਕੇ ਉਹਦੇ ਵਿਰੋਧ 'ਚ ਚੱਲ ਜਾਣਾ ਤੇ ਉਹਦੇ ਲਈ ਕੋਈ ਫਾਈਲ ਦਾਇਰ ਕਰ ਦੇਣੀ, ਚੰਗੇ ਕੰਮ ਨੂੰ ਭਾਵੇਂ ਅਸੀਂ ਨਾ ਕਰੀਏ ਤੇ ਜੇ ਕੋਈ ਗਲਤ ਥੋੜੀ ਜਿਹੀ ਵੀ ਗੱਲ ਹੋਵੇ ਤੇ ਕ੍ਰਿਟਿਸਿਜ਼ਮ ਨੂੰ ਅਸੀਂ ਜਲਦੀ ਤੁਰ ਜਾਂਦੇ ਹਾਂ, ਅੜੀਚਾਂ ਡਾਉਣ ਵੱਲ ਨੂੰ ਜਲਦੀ ਜਾਂਦੇ ਹਾਂ। ਤੇ ਗੱਲ ਉਹ ਕੁਛ ਨਹੀਂ ਸੀ। ਤੇ ਡੀਸੀ ਸਾਹਿਬ ਨੂੰ ਵੀ ਇਹਦੇ ਵਿੱਚ ਸਮਝ ਦਾ ਸਬੂਤ ਦੇਣਾ ਚਾਹੀਦਾ ਸੀ ਕਿ ਜੇ ਉਸਨੇ ਅੰਮ੍ਰਿਤਸਰ ਵੀ ਰੱਖ ਦਿੱਤਾ, ਅੰਮ੍ਰਿਤਸਰ ਦੀਆਂ ਵੜੀਆਂ ਤੇ ਅੰਮ੍ਰਿਤਸਰ ਦੇ ਗੀਤਾਂ ਦੇ ਵਿੱਚ ਅਸੀਂ ਜ਼ਿਕਰ ਬਹੁਤ ਸਾਰਾ ਸੁਣਦੇ ਹਾਂ, ਫਿਲਮਾਂ ਵੀ ਆਈਆਂ ਅੰਮ੍ਰਿਤਸਰੀ, ਲੋਕ ਕਥਾਵਾਂ ਵਿੱਚ ਆਮ ਪੰਜਾਬੀ ਗਾਣਿਆਂ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਜੀ। ਕੀ ਆਖਰ ਆ ਗਈ ਜੇ ਅੰਮ੍ਰਿਤਸਰ ਕਹਿਤਾ ਤੇ ਬਿਲਕੁਲ ਜੀ। ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਵਨ ਨੇਸ਼ਨ ਵਨ ਕਾਰਡ ਯੋਜਨਾ ਨੂੰ ਲੈ ਕੇ ਕੀ ਅਪਡੇਟ ਆ? ਦੇਖੋ, ਇਹਦੇ 'ਚ ਅਪਡੇਟ ਯੋਜਨਾਵਾਂ ਸਰਕਾਰ ਬਣਾਉਂਦੀ ਹੈ ਤੇ ਸਰਕਾਰ ਲਾਗੂ ਕਰਦੀ ਹੈ। ਸਰਕਾਰ ਵੱਲੋਂ ਇਹਦੇ 'ਚ ਕੋਈ ਅਪਡੇਟ ਨਹੀਂ ਹੈ ਸੁਪਰੀਮ ਜੀ। ਸੁਪਰੀਮ ਕੋਰਟ ਨੇ ਮਾਨਯੋਗ ਨੇ ਕੱਲ ਸਰਕਾਰ ਨੂੰ ਇਹਦੇ ਲਈ ਇੱਕ ਡੈਡਲਾਈਨ ਦਿੱਤੀ ਆ ਕਿ 31 ਜੁਲਾਈ ਤੱਕ ਇਸ ਯੋਜਨਾ ਨੂੰ ਲਾਗੂ ਕਰੋ। ਇਸ ਯੋਜਨਾ ਨੂੰ ਲਾਗੂ ਕਰਨ ਦੇ ਵਿੱਚ ਵੀ ਸੁਪਰੀਮ ਕੋਰਟ ਦੀ ਜਿਹੜੀ ਇਰਾਦਾ ਆ, ਜਿਹੜੀ ਉਹਨਾਂ ਦੀ ਨੀਅਤ ਆ, ਜਿਹੜੀ ਉਹਨਾਂ ਦੀ ਨੀਤੀ ਆ, ਉਹ ਇਸ ਗੱਲ ਨੂੰ ਲੈ ਕੇ ਜ਼ਿਆਦਾ ਆ ਕਿ ਮੁਲਕ ਦੇ ਵਿੱਚ ਭੁੱਖ ਦੇ ਨਾਲ ਕੋਈ ਬੰਦਾ ਨਹੀਂ ਮਰਨਾ ਚਾਹੀਦਾ। ਇਹ ਘਟਨਾ ਪਿਛਲੇ ਸਾਲ ਦੇ ਕੋਵਿਡ ਦੇ ਸੀਜ਼ਨ ਦੇ ਨਾਲ ਜੁੜੀ ਹੋਈ ਹੈ, ਜਦੋਂ ਲੋਕਾਂ ਨੂੰ ਪ੍ਰਵਾਸ ਕਰਨਾ ਪਿਆ ਤੁਰ ਤੁਰ ਕੇ। ਤੁਸੀਂ ਉਹ ਫੋਟੋਗ੍ਰਾਫਸ ਦੇਖੀਆਂ, ਸਾਡੇ ਚੈਨਲ ਨੇ ਵੀ ਦਿਖਾਈਆਂ ਤੇ ਬਿਲਗਾ ਸਾਹਿਬ ਨੇ ਵੀ ਦੇਖੀਆਂ, ਸਾਰੀ ਜਗ੍ਹਾ ਤੇ ਅਸੀਂ ਵੀ ਆਪ ਵੀ ਦੇਖੀਆਂ। ਬਹੁਤ ਸਾਰੇ ਲੋਕਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਵੀ ਤੁਸੀਂ ਪ੍ਰਵਾਸੀ ਮਜ਼ਦੂਰ ਹੋ, ਜਿੱਥੇ ਹੋ ਨਾ ਜਾਓ, ਇੱਥੇ ਰਹੋ, ਤੁਹਾਨੂੰ ਰੋਟੀ ਪਾਣੀ ਦੇਵਾਂਗੇ। ਬਹੁਤ ਸਾਰੇ ਲੋਕ ਰੁਕੇ ਵੀ ਰਹੇ। ਸਾਡੇ ਕੋਲ ਵੀ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਸੀ, ਜਾਂ ਬਹੁਤ ਸਾਰੀਆਂ ਹੋਰ ਛੋਟੀਆਂ ਮੋਟੀਆਂ ਇੰਡਸਟਰੀਜ਼ ਦੀ ਲੇਬਰ ਸੀਗੀਆਂ, ਕੁਝ ਰੈਸਟੋਰੈਂਟਸ ਤੇ ਢਾਬਿਆਂ ਤੇ ਕੰਮ ਕਰਨ ਵਾਲੇ ਲੋਕ ਸੀ, ਚਾਹੇ ਉਹ ਕੁੱਕ ਸੀ, ਚਾਹੇ ਉਹ ਵੇਟਰ ਸੀ, ਚਾਹੇ ਉਹ ਸਫਾਈ ਵਾਲੇ ਸੀ, ਚਾਹੇ ਉਹ ਘਰਾਂ 'ਚ ਕੰਮ ਕਰਨ ਵਾਲੇ ਨੌਕਰ ਸੀ। ਕੁਝ ਲੋਕ ਰੁਕੇ ਤੇ ਕੁਝ ਲੋਕਾਂ ਨੂੰ ਜਦੋਂ ਡਰ ਦਾ ਭੈ ਆਉਂਦਾ ਆ ਤੇ ਕਹਿੰਦੇ ਆ ਜਦੋਂ ਤੁਹਾਡੇ ਸੂਈ ਚੁੱਭਦੀ ਤੇ ਸਭ ਤੋਂ ਪਹਿਲਾਂ ਮਾਂ ਯਾਦ ਆਉਂਦੀ ਹੈ। ਕੋਈ ਸਮੱਸਿਆ ਆਈ ਤੇ ਉਹਨਾਂ ਨੂੰ ਆਪਣਾ ਘਰ ਯਾਦ ਆਇਆ ਤੇ ਫਿਰ ਉਹ ਜਿੱਦਾਂ ਦਿਲ ਕੀਤਾ ਉਦਾਂ ਨਿਕਲ ਗਏ। ਉਸ ਤੋਂ ਬਾਅਦ ਫਿਰ ਸਮਝ ਆਈ ਕਿ ਜਦੋਂ ਕਲਾਮ ਸਾਹਿਬ ਨੇ ਜਾਂ ਮਨਮੋਹਨ ਸਿੰਘ ਨੇ ਜਿਹੜੀ ਆਧਾਰ ਕਾਰਡ ਦੀ ਯੋਜਨਾ ਬਣਾਈ ਸੀ ਉਹ ਕਿੰਨੀ ਜ਼ਰੂਰੀ ਸੀ। ਤੇ ਜਦੋਂ ਰਿਲਾਇੰਸ ਦੇ ਮੁਖੀ ਕਹਿੰਦੇ ਆ ਵੀ ਆਉਣ ਵਾਲੇ ਸਮੇਂ 'ਚ ਡੇਟਾ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਉਹ ਕਿੰਨੀ ਜ਼ਰੂਰੀ ਚੀਜ਼ ਹੈ। ਪਰ ਇਸ ਸਰਕਾਰ ਨੇ ਜਾਂ ਇਸ ਤੋਂ ਬੀਤੀਆਂ ਸਰਕਾਰਾਂ ਨੇ ਇਹਨਾਂ ਗੱਲਾਂ ਤੋਂ ਕੋਈ ਸਮਝ ਤੋਂ ਕੰਮ ਨਹੀਂ ਲਿਆ। ਇਹਨਾਂ ਕੋਲ ਡੇਟਾਬੇਸ ਹਾਲਾਂਕਿ ਬਹੁਤ ਨੇ। ਸਰਕਾਰਾਂ ਬੜਾ ਰੌਲਾ ਪਾਉਂਦੀਆਂ ਵੀ ਜਿਹਦੇ ਕੋਲ ਵੀ ਕੋਈ ਪ੍ਰਵਾਸੀ ਨੌਕਰ ਹੈਗਾ ਉਹਦੀ ਜਾਣਕਾਰੀ ਥਾਣੇ ਦਿਓ, ਪਰ ਸਰਕਾਰ ਕੋਲ ਕੋਈ ਡੇਟਾਬੇਸ ਨਹੀਂ ਸੀ ਜਿਹੜੀ ਇਹ ਦੱਸ ਸਕਦੀ ਹੋਵੇ ਕਿ ਪੰਜਾਬ ਦੇ ਵਿੱਚ ਬਿਹਾਰ ਤੋਂ ਕਿੰਨੇ ਮਜ਼ਦੂਰ ਆਏ ਹੋਏ ਨੇ,
ਜਾਂ ਪੰਜਾਬ ਦੇ ਵਿੱਚ ਯੂਪੀ ਤੋਂ ਕਿੰਨੇ ਮਜ਼ਦੂਰ ਆਏ ਹੋਏ ਨੇ, ਜਾਂ ਪੰਜਾਬ ਦੇ ਕਿੰਨੇ ਬੰਦੇ ਕਲਕੱਤੇ 'ਚ ਕੰਮ ਕਰਨ ਗਏ ਹੋਏ ਨੇ, ਸਰਕਾਰ ਕੋਲ ਅਜਿਹਾ ਕੋਈ ਡੇਟਾਬੇਸ ਨਹੀਂ। ਇਹਨਾਂ ਚੀਜ਼ਾਂ ਨੂੰ ਲੈ ਕੇ ਫਿਰ ਜਦੋਂ ਸੜਕਾਂ ਦੇ ਉੱਤੇ ਤੁਰਦੇ ਹੋਏ ਲੋਕ ਦੇਖੇ, ਫਿਰ ਸੋਨੂ ਸੂਦ ਦਾ ਬੜਾ ਨਾਮ ਬਣਿਆ ਕਿ ਉਹਨੇ ਬੰਬੇ ਤੋਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਆਪਣੇ ਘਰੇ ਪਹੁੰਚਾਉਣ ਦਾ ਯਤਨ ਕੀਤਾ ਤੇ ਬੜੀ ਉਹਨੇ ਨਾਮਣਾ ਵੀ ਖੱਟਿਆ। ਕੁਝ ਲੋਕਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਰਿਟ ਫਾਈਲ ਕੀਤੀ ਸੀ ਵੀ ਕਿਉਂ ਲੋਕ ਭੁੱਖ ਨਾਲ ਮਰੇ ਤੇ ਕਿਉਂ ਲੋਕਾਂ ਨੂੰ ਇੱਧਰ ਉੱਧਰ ਜਾਣਾ ਪਿਆ। ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਸੀ, ਸਰਕਾਰ ਨੇ ਵੀ ਹਲਫਨਾਮੇ ਦਾਇਰ ਕੀਤੇ, ਆਪਣਾ ਪੱਖ ਵੀ ਰੱਖਿਆ, ਪਰ ਹੁਣ ਸਰਕਾਰ ਨੂੰ ਸੁਪਰੀਮ ਕੋਰਟ ਨੇ ਕੱਲ ਬਹੁਤ ਸਖਤ ਸ਼ਬਦਾਂ 'ਚ ਕਿਹਾ ਕਿ ਜੇ ਤੁਸੀਂ ਵਨ ਨੇਸ਼ਨ ਵਨ ਰਾਸ਼ਨ ਕਾਰਡ ਦੀ ਯੋਜਨਾ ਉਲੀਕੀ ਸੀ, ਜੇ ਉਹ ਸਫਲ ਹੋ ਗਈ ਹੁੰਦੀ ਤਾਂ ਲੋਕਾਂ ਨੂੰ ਇੱਧਰ ਉੱਧਰ ਨਾ ਜਾਣਾ ਪੈਂਦਾ, ਉਹ ਰਾਸ਼ਨ ਕਾਰਡ ਦਿਖਾ ਕੇ ਇੱਥੇ ਵੀ ਜਿਹੜਾ ਸੀ ਅਨਾਜ ਲੈ ਸਕਦੇ ਸੀ, ਉਹਨਾਂ ਦੀਆਂ ਰੋਟੀ ਦੀਆਂ ਲੋੜਾਂ ਜਿਹੜੀਆਂ ਪੂਰੀਆਂ ਹੁੰਦੀਆਂ ਸੀ। ਉਸ ਤੋਂ ਵੀ ਅੱਗੇ ਜਾ ਕੇ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਕੋਲ ਮੰਨ ਲਓ ਰਾਸ਼ਨ ਕਾਰਡ ਵੀ ਹੈ ਨਹੀਂ ਸੀ, ਉਹ ਦੇਸ਼ ਦੇ ਬਸ਼ਿੰਦੇ ਨਹੀਂ, ਉਹਨਾਂ ਨੂੰ ਰੋਟੀ ਖਾਣ ਦਾ ਹੱਕ ਨਹੀਂ। ਫਿਰ ਸਕੀਮਾਂ ਯਾਦ ਆਈਆਂ ਕਿ ਬੀਤੇ ਸਮੇਂ ਦੇ ਵਿੱਚ ਜਿਹੜੀ ਦਿੱਲੀ ਦੀ ਸਰਕਾਰ ਆ, ਹਾਲਾਂਕਿ ਉਹ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਭੰਡਦੀਆਂ, ਪਰ ਉਹਨਾਂ ਨੇ ਵੀ 20 ਲੱਖ ਤੋਂ ਵੱਧ ਅਜਿਹੇ ਲੋਕਾਂ ਨੂੰ ਰਾਸ਼ਨ ਦੇਣ ਦੀ ਵਿਵਸਥਾ ਕੀਤੀ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਸੀ। ਪੰਜਾਬ ਦੇ ਵਿੱਚ ਵੀ ਜਿੱਥੇ ਜਿੱਥੇ ਸਰਕਾਰਾਂ ਤੋਂ ਜਿੰਨਾ ਕੁਝ ਹੋਇਆ ਉਹਨਾਂ ਯਤਨ ਕੀਤਾ ਗਿਆ। ਅਸੀਂ ਇਸ ਗੱਲ ਤੋਂ ਕਈ ਵਾਰ ਸੰਤੁਸ਼ਟੀ ਵੀ ਮਹਿਸੂਸ ਕਰਦੇ ਹਾਂ ਵੀ ਸਰਕਾਰਾਂ ਨੇ ਰਾਸ਼ਨ ਦਿੱਤਾ, ਪਰ ਕਿਉਂ ਮਹਿਸੂਸ ਕਰਦੇ ਹਾਂ ਸੰਤੁਸ਼ਟੀ? ਜਿਨ੍ਹਾਂ ਨੂੰ ਨਹੀਂ ਦਿੱਤਾ ਉਹ ਇਸ ਮੁਲਕ ਦੇ ਲੋਕ ਨਹੀਂ ਸੀ। ਕਿਉਂ ਸਰਕਾਰਾਂ ਕੋਲ ਡੇਟਾਬੇਸ ਨਹੀਂ ਸੀ? ਹੁਣ ਰਾਸ਼ਨ ਕਾਰਡ ਤੁਸੀਂ ਬਣਾ ਲਓ ਜਾਂ ਨਾ ਬਣਾ ਲਓ, ਜਾਂ ਹੁਣ ਜਿਹੜੇ ਬੀਤ ਗਏ ਉਹ ਵਾਪਸ ਨਹੀਂ ਆਉਣੇ। ਜਿਨ੍ਹਾਂ ਨੇ ਉਹ ਦੁੱਖ ਝੱਲੇ, ਜਿਨ੍ਹਾਂ ਨੇ ਸਾਈਕਲ ਤੇ ਬਿਠਾ ਕੇ ਆਪਣੇ ਬਜ਼ੁਰਗਾਂ ਨੂੰ ਸਫ਼ਰ ਕਰਾਇਆ, ਕਿਸੇ ਨੇ ਲਾਸ਼ਾਂ ਵੀ ਢੋਈਆਂ, ਕਿਸੇ ਨੇ ਕੁਝ ਦੇਖਿਆ, ਕਿਸੇ ਨੇ ਕੁਝ ਦੇਖਿਆ। ਕਰੋਨਾ ਦਾ ਜਿਹੜਾ ਪਹਿਲਾ ਦੌਰ ਸੀ ਉਹ ਬਹੁਤ ਨਿਰਮਮ ਸੀ, ਬਹੁਤ ਦੁਖਦਾਈ ਸੀ, ਬਹੁਤ ਦਰਦਨਾਕ ਸੀ, ਤੇ ਆਮ ਇਨਸਾਨ ਦੇ ਉੱਤੇ ਜਿਹੜਾ ਵੀ ਥੋੜਾ ਜਿਹਾ ਮਨੋਭਾਵੀ ਆ, ਸੂਖਮ ਭਾਵੀ ਆ, ਉਹਦੇ ਤੇ ਉਹਦੇ ਅਜਿਹੇ ਪਰਛਾਵੇਂ ਨੇ ਕਿ ਉਹ ਸਾਰੀ ਉਮਰ ਉਸ ਚੀਜ਼ ਨੂੰ ਭੁੱਲ ਨਹੀਂ ਸਕੇਗਾ। ਜਿੰਨਾ ਦਰਦ ਦੂਜਿਆਂ ਦਾ ਦੇਖਿਆ ਤੇ ਜਿਨ੍ਹਾਂ ਨੇ ਮਹਿਸੂਸ ਕੀਤਾ, ਸਰਕਾਰਾਂ ਉਹਨੂੰ ਮਹਿਸੂਸ ਕਰਦੀਆਂ ਕਿ ਨਹੀਂ ਕਰਦੀਆਂ, ਉਹ ਇੱਕ ਵੱਖਰਾ ਵਿਸ਼ਾ ਹੈ। ਸੋ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ 31 ਜੁਲਾਈ ਤੱਕ ਤੁਸੀਂ ਇਸ ਡੇਟਾਬੇਸ ਨੂੰ ਵੀ ਮੇਨਟੇਨ ਕਰੋ, ਇੱਕ ਵੈਬਸਾਈਟ ਵੀ ਬਣਾਓ ਜਿਹਦੇ ਤੇ ਸਾਰਾ ਰਿਕਾਰਡ ਹੋਵੇ ਤੁਹਾਡੇ ਕੋਲ। ਇਹ ਮੋਦੀ ਸਾਹਿਬ ਗੱਲਾਂ ਤੇ ਕਰਦੇ ਨੇ ਅਮਰੀਕਾ ਨਾਲ ਕਰਨ ਦੀ ਕੰਪੈਰੀਜ਼ਨ ਦੀਆਂ ਕਿ ਅਸੀਂ ਇੰਨੇ ਟੀਕੇ ਲਾਤੇ ਤੇ ਉਹਨਾਂ ਨੇ ਇੰਨੇ ਟੀਕੇ ਲਾਏ। ਜਦੋਂ ਪਰਸੈਂਟੇਜ ਦੇਖਦੇ ਆ ਤੇ ਉਹਨਾਂ ਨੇ ਕਿੰਨੇ % ਲਾਤੇ ਤੇ 4.5% ਲੱਗੇ ਤੇ ਉਹਨਾਂ ਨੇ 46% ਲਾਤੇ ਆ। ਸੋ ਆਪਣੇ ਆਪ ਨੂੰ ਚੰਗਾ ਦਿਖਾਉਣ ਲਈ ਤੁਸੀਂ ਮੀਡੀਆ ਦਾ ਸਹਾਰਾ ਲੈਂਦੇ ਆ, ਝੂਠੇ ਤੱਥਾਂ ਦਾ ਸਹਾਰਾ ਲੈਂਦੇ ਆ, ਉਹ ਗੱਲ ਠੀਕ ਆ, ਤੇ ਜੋ ਮਾਨਯੋਗ ਨਿਆਂਪਾਲਿਕਾ ਤੁਹਾਨੂੰ ਕਹਿ ਰਹੀ ਆ ਉਹਦੀ ਗੱਲ ਵੀ ਸੁਣੋ। ਸੋ ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਕਰਨ ਵਾਲੀਆਂ ਨੇ, ਪਰ ਇਹ ਸਰਕਾਰਾਂ ਜਿਹੜੀਆਂ ਉਹਦੇ ਉੱਤੇ ਉਹਨਾਂ ਤਵੱਜੋ ਨਹੀਂ ਦਿੰਦੀ। ਬਿਲਕੁਲ ਸਾਹਿਬ, ਤੁਸੀਂ ਕਿਸਾਨ ਅੰਦੋਲਨ ਨੂੰ ਵਿੱਚ ਵੜ ਕੇ ਦੇਖ ਰਿਹਾ ਤੇ ਦੇਖ ਵੀ ਰਹੇ ਹੋ, ਤੇ ਅਸੀਂ ਸਾਰਿਆਂ ਨੇ ਦੇਖਿਆ ਕਿ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਆ ਮਨੋਹਰ ਲਾਲ ਖੱਟੜ, ਉਹਨਾਂ ਨੂੰ ਸ਼ੁਰੂ ਤੋਂ ਖਟਕਦਾ ਰਿਹਾ ਕਿਸਾਨ ਅੰਦੋਲਨ, ਪਰ ਅੱਜ ਤੇ ਉਹਨਾਂ ਨੇ ਹੱਦ ਹੀ ਕਰਤੀ। ਅੱਜ ਸਵਲੀਨ ਜਦ ਪ੍ਰੋਗਰਾਮ ਸ਼ੁਰੂ ਹੁੰਦਾ ਤਾਂ ਉਸ ਵੇਲੇ ਉਹਦੀ ਪ੍ਰੈਸ ਕਾਨਫਰੰਸ ਤੇ ਬਿਆਨ ਅਸੀਂ ਦੇਖਿਆ, ਸੁਣਿਆ, ਪੜ੍ਹਿਆ, ਪਰ ਖੱਟੜ ਹਰਿਆਣੇ ਦਾ ਮੁੱਖ ਮੰਤਰੀ ਇੱਕ ਇੱਦਾਂ ਦਾ ਮੁੱਖ ਮੰਤਰੀ ਆ, ਇਸ ਬੰਦੇ ਨੇ ਕਿਸਾਨ ਅੰਦੋਲਨ ਦੇ ਵਿੱਚ ਬਿਨਾਂ ਵਜ੍ਹਾ ਉਹਨਾਂ ਦਾ ਵਿਰੋਧ ਕਰਕੇ ਜਿਹੜੀ ਇਹਨੇ ਦੁਨੀਆ ਭਰ ਦੀ ਬਦਨਾਮੀ ਖੱਟੀ ਆ, ਤੇ ਉਹ ਜਿਹੜੀ ਬਦਨਾਮੀ ਸੀਗੀ ਉਹ ਹਜੇ ਤੱਕ ਇਹਨੇ ਖੱਟਣ ਦਾ ਮਨ ਬਣਾਇਆ ਹੋਇਆ ਹੈ। ਬਿਲਕੁਲ ਸਾਹਿਬ, ਗੁਸਤਾਖੀ ਮੈਨੂੰ ਤਾਂ ਲੱਗਦਾ ਇਸ ਅੰਦੋਲਨ ਦਾ ਮੋਢੀ ਖੱਟੜ ਸਾਹਿਬ ਨੇ ਬੰਨਿਆ। ਜੇ ਇੱਥੇ ਨਾ ਰੋਕਦੇ ਤੇ ਅੰਦੋਲਨ ਉੱਥੇ ਤੱਕ ਪਹੁੰਚਣਾ ਹੀ ਨਹੀਂ ਸੀ ਹੋਣਾ। ਬਿਲਕੁਲ, ਜਿੰਨਾ ਤਿੱਖਾ ਹਰਿਆਣੇ ਵਿੱਚ ਨਾਕੇ ਤੋੜ ਕੇ ਨੌਜਵਾਨਾਂ ਨੇ, ਪੰਜਾਬ ਦੇ ਹਰਿਆਣਿਆਂ ਨੇ ਬਾਰਡਰਾਂ ਤੱਕ ਪਹੁੰਚ ਕੀਤੀ ਆ, ਤੇ ਇਹ ਬੰਦੇ ਨੇ ਬੇਵਜ੍ਹਾ ਕਰਕੇ ਉਹਨਾਂ ਦਾ ਵਿਰੋਧ ਕੀਤਾ ਤੇ ਬਿਨਾਂ ਮਤਲਬ ਇਸ ਬੰਦੇ ਨੇ ਵਿਰੋਧ ਖੱਟਿਆ, ਤੇ ਕਿਸਾਨ ਅੰਦੋਲਨ ਫਿਰ ਉਸ ਤੋਂ ਵੀ ਜ਼ਿਆਦਾ ਸਮਾਂ ਕੇ ਪਾਵਰਫੁਲ ਹੋ ਕੇ ਦਿੱਲੀ ਦੇ ਬਾਰਡਰਾਂ ਤੇ ਗਿਆ। ਤੇ ਇਹ ਤਾਂ 26 ਜਨਵਰੀ ਵਾਲੀ ਘਟਨਾ ਨਾ ਵਾਪਰਦੀ ਤਾਂ ਹੁਣ ਤੱਕ ਇਹ ਨਾ ਖੱਟੜ ਲੱਭਣਾ ਸੀ ਤੇ ਨਾ ਮੋਦੀ ਲੱਭਣਾ ਸੀਗਾ। ਇਹ ਤਾਂ ਸਿਰਫ ਉਹ ਉਕਸਾ ਕੇ ਨੌਜਵਾਨਾਂ ਨੂੰ ਜੋ ਏਜੰਸੀਆਂ ਕਰਾਉਣਾ ਚਾਹੁੰਦੀਆਂ ਸੀ ਉਸ ਪਾਸੇ ਨੂੰ ਨੌਜਵਾਨ ਚਲੇ ਗਏ, ਜਿਹਦੇ ਕਰਕੇ ਅੰਦੋਲਨ ਇੰਨਾ ਲੰਬਾ ਹੋ ਗਿਆ। ਹੁਣ ਆਪਾਂ ਗੱਲ ਕਰਦੇ ਖੱਟੜ ਦਾ ਜਿਹੜਾ ਅੱਜ ਦਾ ਬਿਆਨ ਆ, ਉਹਨੇ ਇਹ ਕਿਹਾ ਬਈ ਜਿਹੜੇ ਕਿਸਾਨ ਆ, ਉਹ ਕਿਸਾਨਾਂ ਨੇ ਕਿਸਾਨੀ ਸ਼ਬਦ ਦਾ ਜਿਹੜਾ ਆ ਉਹਦੀ ਬੇਅਦਬੀ ਕਰਤੀ ਆ, ਉਹਨੂੰ ਭੰਡ ਕੇ ਰੱਖ ਦਿੱਤਾ ਹੈ। ਕਿਸਾਨ ਸ਼ਬਦ ਜਿਹੜਾ ਉਹ ਕਹਿੰਦਾ ਪਵਿੱਤਰ ਆ, ਤੇ ਇਹ ਜਿਹੜੇ ਲੋਕ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਇਹ ਅਪਵਿੱਤਰ ਲੋਕ ਆ, ਉਹਨਾਂ ਨੇ ਇਸ ਲਫ਼ਜ਼ ਨੂੰ ਵੀ ਪਵਿੱਤਰ ਕਰ ਦਿੱਤਾ। ਹੁਣ ਗੱਲ ਇਹ ਆ ਵੀ ਇਹ ਜਿਹੜੀ ਨਫ਼ਰਤ ਦੀ ਰਾਜਨੀਤੀ ਦੇ ਉੱਤੇ ਆਪਣੀਆਂ ਸੱਤਾਂ ਦੀਆਂ ਕੁਰਸੀਆਂ ਲੈ ਕੇ ਬੈਠੇ ਆ, ਪੂਰੇ ਭਾਰਤ ਵਿੱਚ ਜਿਨ੍ਹਾਂ ਨੇ ਨਫ਼ਰਤ ਫੈਲਾਈ ਹੋਵੇ ਪਿਛਲੇ 25-30 ਸਾਲ ਤੋਂ, ਜਿਨ੍ਹਾਂ ਦਾ ਆਈਡੀਓਲੋਜੀ ਲੋਕਾਂ ਨੂੰ ਵੰਡਣ ਦੀ ਹੋਵੇ, ਅੱਜ ਉਹ ਕਿਸਾਨਾਂ ਨੂੰ ਪਵਿੱਤਰ ਤੇ ਪਵਿੱਤਰ ਦੱਸਦੇ ਆ। ਉਹਨਾਂ ਨੂੰ ਕਿਤੇ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ। ਜਿਵੇਂ ਸ਼ਰਮਾ ਜੀ ਗੱਲ ਕਰਦੇ ਸੀਗੇ, ਇਹ ਖੱਟੜ ਸਾਹਿਬ ਜਿਹੜੀ ਗੱਲ ਕਹਿ ਰਹੇ ਨਾ ਵੀ ਅਸੀਂ ਤਾਂ ਹਜੇ ਤੱਕ ਸੰਜਮ ਬਣਾਇਆ ਹੋਇਆ, ਜਿੱਦਣ ਕਿਤੇ ਟਕਰਾਅ ਹੋ ਗਿਆ ਤੇ ਕਿਸਾਨ ਲੱਭਣੇ ਨਹੀਂ ਗਏ, ਜਾਂ ਸਾਨੂੰ ਤਾਂ ਕਿਸਾਨ ਜੀ ਘਰੋਂ ਫੋਨ ਕਰਦੇ ਵੀ ਕਾਨੂੰਨ ਸਹੀ ਆ, ਤੇ ਜੇ ਇੰਨੀ ਤੁਹਾਡੇ 'ਚ ਹਿੰਮਤ ਹੈ ਜਾਓ ਲੋਕਾਂ 'ਚ ਵੇ। ਆਪਣੇ ਇਹਦੇ ਹਲਕੇ ਵਿੱਚ ਕਿਸਾਨ ਇਹਦਾ ਹੈਲੀਕਾਪਟਰ ਤੱਕ ਨਹੀਂ ਉਤਰਨ ਦਿੰਦੇ ਹੈਗੇ। ਮੈਨੂੰ ਲੱਗਦਾ ਜਿੱਦਾਂ ਦਾ ਖੱਟੜ ਨੇ ਬਿਆਨ ਦਿੱਤਾ ਆ, ਅੱਗੇ ਤਾਂ ਇਹਦਾ ਇਹ ਸੀਗਾ ਵੀ ਸਰਕਾਰੀ ਪ੍ਰੋਗਰਾਮ ਇਹ ਕਰ ਸਕਦਾ ਸੀ, ਜਨਤਕ ਪਬਲਿਕ ਪ੍ਰੋਗਰਾਮ ਇਹਨਾਂ ਦੇ ਪੂਰੇ ਤਰ੍ਹਾਂ ਹਰਿਆਣੇ ਦੇ ਵਿੱਚ ਪਿਛਲੇ 7-8 ਮਹੀਨੇ ਤੋਂ ਬੰਦ ਆ, ਤੇ ਜਿੱਦਾਂ ਦੇ ਇਹ ਬਿਆਨ ਦੇ ਰਿਹਾ ਆ, ਮੈਨੂੰ ਲੱਗਦਾ ਵੀ ਕਿਸਾਨਾਂ ਨੇ ਇਹਦੇ ਘਰ ਮੂਹਰੇ ਪੱਕਾ ਧਰਨਾ ਲਾ ਲੈਣਾ ਤੇ ਇਹਨੂੰ ਚੰਡੀਗੜ੍ਹ ਜਾਣ ਜੋਗਾ ਵੀ ਲੋਕਾਂ ਨੇ ਛੱਡਣਾ ਨਹੀਂ ਹੈਗਾ। ਇਹ ਚੀਜ਼ਾਂ ਨੂੰ ਦੇਖਦੇ ਹੋਏ ਕਿਸਾਨ ਇਸ ਵੇਲੇ ਪੂਰੇ ਅੱਕੇ ਹੋਏ ਸਰਕਾਰ ਤੋਂ, ਪਰ ਉਹ ਸੰਜਮ ਦੇ ਨਾਲ ਆਪਣਾ ਅੰਦੋਲਨ ਚਲਾ ਰਹੇ ਆ।
ਪਰ ਇਹ ਜਿਹੜਾ ਖੱਟੜ ਦੇ ਬਿਆਨ ਇਦਾਂ ਆ ਖੱਟੜ ਕਹਿੰਦਾ ਮੇਰੇ 'ਚ ਸੰਜਮ ਆ, ਬਿਲਕੁਲ, ਪਰ ਨਹੀਂ, ਇਹ ਜਿਹੜੇ ਸੰਜਮ ਕਿਸਾਨ ਬਣਾ ਕੇ ਬੈਠੇ ਆ ਨਾ, ਇਹ ਉਹਨਾਂ ਦੇ ਮੁਕਾਬਲੇ ਜ਼ੀਰੋ ਗਿਣ ਸਕਦੇ ਇਹਨਾਂ ਨੂੰ। ਇਹ ਕਿਤੇ ਭੁੱਲ ਨਾ ਕਰ ਲੈਣ, ਕਿਸਾਨ ਇਸ ਵੇਲੇ ਭੁੰਡਾਂ ਦੇ ਖੱਖਰ ਵਾਂਗੂ ਸਤੇ ਪਏ ਆ, ਮਾੜੀ ਜੀ ਇਹਨਾਂ ਨੂੰ ਉਂਗਲੀ ਲਾ ਕੇ ਦੇਖਣ। ਇਹਨਾਂ ਦਾ ਘਰੋਂ ਨਿਕਲਣਾ ਤਾਂ ਅੱਗੇ ਬੰਦ ਕੀਤਾ ਹੋਇਆ ਆ। ਇਹਨਾਂ ਦੀਆਂ ਰਿਸ਼ਤੇਦਾਰੀਆਂ ਜਾਂ ਅਗਲੀਆਂ ਪੁਸ਼ਤਾਂ ਵੀ ਜਾਣਣਗੀਆਂ ਵੀ ਅਸੀਂ ਕਿਹੜੀ ਜਮਾਤ ਨਾਲ, ਕਿਹੜੀ ਕਿਸਾਨੀ ਦੇ ਨਾਲ ਪੰਗਾ ਲੈ ਲਿਆ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ 2022 ਦੀ ਇਲੈਕਸ਼ਨ ਪੰਜਾਬ ਦੀ ਆ, ਉੱਤਰ ਪ੍ਰਦੇਸ਼ ਦੀ, ਉੱਤਰਾਖੰਡ ਦੀ ਆ, ਲੋਕ ਕਿਸਾਨਾਂ ਦੇ ਨਾਲ ਰਲ ਕੇ ਲੱਗਦਾ ਆ ਕਿ ਇਹਨਾਂ ਨੂੰ ਸਬਕ ਸਿਖਾਉਣਗੇ। ਇਹ ਭੜਕਾਹਟ ਲਈ ਹੀ ਇਹ ਬਿਆਨ ਖੱਟੜ ਦੇ ਰਿਹਾ ਆ, ਜਾਂ ਇਹ ਕਹਿ ਸਕਦੇ ਕਿ ਖੱਟੜ ਦਾ ਬਿਆਨ ਨਹੀਂ ਹੈਗਾ, ਇਹ ਪਿੱਛੋਂ ਬਿਆਨ ਜਿਹੜੀ ਪਿੱਛੋਂ ਉਹਨਾਂ ਦੀ ਲੌਬੀ ਕੰਮ ਕਰਦੀ ਆ, ਇਹ ਕਾਰਪੋਰੇਟ ਕੰਮ ਕਰਦੇ, ਉਹਨਾਂ ਦਾ ਬਿਆਨ, ਮਤਲਬ ਸੂਲਾਂ ਚੋਭ ਰਹੇ ਕਿਸਾਨਾਂ ਨੂੰ। ਤੇ ਖਾਪ ਪੰਚਾਇਤਾਂ ਨੇ ਵੀ ਸੁਣਿਆ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ, ਉਹਦੇ ਬਾਰੇ ਵੀ ਦੱਸੋ। ਉਕਸਾਟ ਹੀ ਇਹ ਆ, ਕਿਉਂਕਿ ਜਿਹੜੀ ਨਫ਼ਰਤ ਦੀ ਰਾਜਨੀਤੀ, ਜਿਹੜੀ ਜਾਤ ਪਾਤ ਆਪਾਂ ਦੇਖਦੇ ਹਰਿਆਣੇ ਵਿੱਚ ਪੰਜਾਬ ਦੇ ਮੁਕਾਬਲੇ ਜਾਤ ਪਾਤ ਦਾ ਬਹੁਤ ਵਿਤਕਰਾ ਫਰਕ ਆ। ਜਿਹੜੀ ਰਾਜਨੀਤੀ, ਜਿਹੜੀ ਜਾਤ ਧਰਮਾਂ ਦੀ ਰਾਜਨੀਤੀ ਕਰਕੇ ਇਹ ਸਰਕਾਰ 2 ਵਾਰੀ ਹਰਿਆਣੇ 'ਚ ਬਣਾਉਣ ਜਾਂ ਕਾਮਯਾਬ ਹੋਏ ਆ। ਖਾਪ ਪੰਚਾਇਤਾਂ ਨੇ ਕੱਲ ਇੱਕ ਚਰਖੀ ਦਾਦਰੀ ਦੇ ਵਿੱਚ ਇਕੱਠ ਕਰਕੇ ਉੱਥੇ 10-12 ਖਾਪ ਪੰਚਾਇਤਾਂ ਇਕੱਠੀਆਂ ਹੋਈਆਂ। ਉਹਨੇ ਪਹਿਲਾਂ ਤਾਂ ਇਹ ਟੈਂਟਾ ਵੱਢਿਆ ਵੀ ਜਿਹੜਾ ਸਾਨੂੰ ਧਰਮਾਂ ਜਾਤਾਂ ਦੇ ਨਾਂ ਦੇ ਵਿੱਚ ਵੰਡਿਆ ਹੋਇਆ ਆ, ਸਾਡੇ ਲਈ ਇਸ ਵੇਲੇ ਕਿਸਾਨੀ ਅੰਦੋਲਨ, ਕਿਸਾਨੀ ਜਿਹੜੀ ਆ ਉਹ ਮੁੱਦਾ ਭਾਰੂ ਆ, ਸਾਡੀ ਕੋਈ ਜਾਤ ਨਹੀਂ, ਕੋਈ ਸਾਡਾ ਧਰਮ ਨਹੀਂ। ਤੇ 1 ਜੁਲਾਈ ਤੋਂ ਉਹਨਾਂ ਨੇ ਵੱਡੇ ਪੱਧਰ ਤੇ ਐਲਾਨ ਕਰਤਾ ਵੀ ਦਿੱਲੀ ਦੇ ਬਾਰਡਰਾਂ ਤੇ ਜਿੱਥੇ ਵੀ ਕਿਸਾਨ ਬੈਠੇ ਆ, ਉਹਨਾਂ ਦੇ ਵਿੱਚ ਵੱਡੀ ਪੱਧਰ ਤੇ ਗਿਣਤੀ 'ਚ ਕਿਸਾਨ ਜਿਹੜੇ ਆ ਉਹ ਖਾਪ ਪੰਚਾਇਤਾਂ ਉਹਨਾਂ ਲੋਕਾਂ ਨੂੰ ਪ੍ਰਪੇਅਰ ਕਰਨਗੀਆਂ ਤੇ ਬਿਨਾਂ ਜਾਤ ਧਰਮ ਨੂੰ ਪਰਖਿਆ ਜਾਂ ਜਾਤ ਧਰਮ ਭੁੱਲ ਕੇ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਕਿਸਾਨਾਂ ਦਾ ਸਾਥ ਦਿੱਤਾ ਜਾਊਗਾ। ਤੇ ਨਾਲ ਹੀ ਸਵਲੀਨ ਜੀ ਇੱਕ ਗੱਲ ਹੋ ਰਿਹਾ ਵੀ ਸਭ ਨੂੰ ਵੱਡੀ ਜਿਹੜੀ ਗੱਲ ਆ ਵੀ ਪੱਛਮੀ ਬੰਗਾਲ ਦੀ ਇਲੈਕਸ਼ਨ ਤੋਂ ਬਾਅਦ ਜਿੰਨਾ ਕਿਸਾਨਾਂ ਨੂੰ ਹੌਸਲਾ ਹੋ ਗਿਆ ਸੀਗਾ ਵੀ ਇਸ ਵੇਲੇ ਬੀਜੇਪੀ ਨੇ ਉੱਥੇ ਮੂੰਹ ਦੀ ਖਾਧੀ ਆ ਤੇ ਸਾਡੇ ਨਾਲ ਗੱਲਬਾਤ ਦਾ ਦੌਰ ਸ਼ੁਰੂ ਹੋਊਗਾ, ਪਰ ਕਿਸਾਨ ਜਾਂ ਇਸ ਸਰਕਾਰ ਦੇ ਵਿੱਚ ਬੈਠੇ ਹੋਏ ਲੋਕ ਜਿਹੜੇ ਨਾ ਉਹ ਬੜੀ ਮੋਟੀ ਚਮੜੀ ਦੇ ਆ, ਗੱਲਬਾਤ ਸ਼ੁਰੂ ਨਹੀਂ ਹੋਈ। ਪਰ ਜਿਹੜਾ ਕੱਲ ਉੱਥੇ ਜਸਵੰਤ ਸਿੰਨ੍ਹਾ ਦਾ, ਜਿਹੜਾ ਕਿ ਵਾਜਪਾਈ ਗਵਰਨਮੈਂਟ ਦੇ ਵਿੱਚ ਵਿੱਤ ਮੰਤਰੀ ਵੀ ਰਿਹਾ, ਵਿਦੇਸ਼ ਮੰਤਰੀ ਵੀ ਰਿਹਾ ਆ ਤੇ ਖਜ਼ਾਨਾ ਮੰਤਰੀ ਵੀ ਰਿਹਾ, ਤੇ ਇਹ ਵੱਡੇ ਅਹੁਦਿਆਂ ਤੇ ਜਸਵੰਤ ਸਿੰਨ੍ਹਾ ਨੇ ਕੰਮ ਕੀਤਾ। ਅੱਜ ਕੱਲ ਉਹ ਬੀਜੇਪੀ ਦੇ ਵਿੱਚੋਂ ਜਦੋਂ ਅਡਵਾਣੀ ਉਹਨਾਂ ਨੂੰ ਖੁੱਡੇ ਲੈਣ ਲਾਇਆ ਜਾਂ ਬਾਕੀਆਂ ਨੂੰ ਮੁਰਲੀ ਮਨੋਜ ਜੋਸ਼ੀ ਨੂੰ ਲਾਇਆ, ਇਦਾਂ ਇਹਨਾਂ ਨੂੰ ਵੀ ਲਾਇਆ ਸੀਗਾ ਤੇ ਉਹ ਬੀਜੇਪੀ ਛੱਡ ਕੇ ਇਸ ਵੇਲੇ ਤ੍ਰਿਣਮੂਲ ਕਾਂਗਰਸ ਦੇ ਵਿੱਚ ਉਹ ਸ਼ਾਮਲ ਹੋ ਗਏ ਸੀ ਤੇ ਉਹਨਾਂ ਨੇ ਉੱਥੇ ਇਲੈਕਸ਼ਨ ਦੇ ਵਿੱਚ ਪੂਰਾ ਮਮਤਾ ਬੈਨਰਜੀ ਦਾ ਸਾਥ ਦਿੱਤਾ। ਤੇ ਪਿਛਲੇ ਦਿਨੀ ਰਾਕੇਸ਼ ਟਕੈਤ ਜੀ ਮਮਤਾ ਬੈਨਰਜੀ ਨੂੰ ਮਿਲ ਕੇ ਆਉਂਦੇ ਆ ਤੇ ਉੱਥੇ ਮਮਤਾ ਬੈਨਰਜੀ ਨੇ ਵੀ ਭਰੋਸਾ ਦਿੱਤਾ ਸੀ ਕਿ ਅਸੀਂ ਤ੍ਰਿਣਮੂਲ ਕਾਂਗਰਸ ਜਾਂ ਸਾਡੀ ਪਾਰਟੀ ਆ ਉਹ ਤੁਹਾਡਾ ਪੂਰਾ ਕਿਸਾਨਾਂ ਦਾ ਸਮਰਥਨ ਕਰੂਗੀ। ਤੇ ਉਸ ਕੜੀ ਅਧੀਨ ਜਸਵੰਤ ਸਿੰਨ੍ਹਾ ਕੱਲ ਗਾਜੀਪੁਰ ਬਾਰਡਰ ਤੇ ਰਾਕੇਸ਼ ਟਕੈਤ ਨੂੰ ਆਣ ਕੇ ਮਿਲਦੇ ਆ, ਜਿਹੜਾ ਉਹਨਾਂ ਨੇ ਨੈਸ਼ਨਲ ਫਰੰਟ ਬਣਾਇਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਪੂਰੇ ਭਾਰਤ ਵਿੱਚ ਲੋਕਾਂ ਨੂੰ ਜਿਹੜੇ ਕਿਸਾਨ ਹਿੱਤੂ ਨੇ, ਜਿਹੜੇ ਕਿਸਾਨੀ ਦਾ ਦਰਦ ਰੱਖਦੇ ਨੇ, ਅਸੀਂ ਉਹਨਾਂ ਨੂੰ ਸਾਰਿਆਂ ਨੂੰ ਲਾਮਬੰਦ ਕਰਾਂਗੇ। ਲਾਮਬੰਦ ਕਰਨ ਤੋਂ ਬਾਅਦ ਅਸੀਂ ਇਸ ਅੰਦੋਲਨ ਨੂੰ ਪੂਰੀ ਤਰ੍ਹਾਂ ਸਮਰਥਨ ਦੇਵਾਂਗੇ। ਰਾਕੇਸ਼ ਟਕੈਤ ਨੇ ਵੀ ਕਿਹਾ ਵੀ ਜਿਹੜਾ ਵੀ ਕਿਸਾਨੀ ਦੇ ਹੱਕ ਦੇ ਵਿੱਚ ਕੋਈ ਹਾਂ ਦਾ ਨਾਰਾ ਮਾਰਦਾ ਉਹ ਸਾਡਾ ਆ, ਉਹ ਸਾਡੇ ਆਣ ਕੇ ਪਲੇਟਫਾਰਮ ਤੇ ਗੱਲ ਕਰ ਸਕਦਾ, ਪਰ ਅਸੀਂ ਹਜੇ ਕਿਸਾਨੀ ਅੰਦੋਲਨ ਤੇ ਲੜ ਰਹੇ ਆ, ਅਸੀਂ ਕਿਸੇ ਰਾਜਨੀਤਿਕ ਮੰਚ 'ਤੇ ਆ ਕੇ ਕੋਈ ਗੱਲ ਨਹੀਂ ਕਰਾਂਗੇ। ਜੀ ਸ਼ਰਮਾ ਜੀ ਸਮਾਂ ਹੋ ਗਿਆ ਪਰ 1 ਮਿੰਟ ਜ਼ਰੂਰ ਲੈਣਾ ਹੈ। ਖੱਟੜ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਕਿ ਸਾਡੇ ਸਬਰ ਦਾ ਬੰਨ ਟੁੱਟ ਜਾਏਗਾ ਤੇ ਫਿਰ ਪਤਾ ਨਹੀਂ ਕੀ ਹੋਵੇਗਾ, ਆਮੋ ਸਾਹਮਣੇ ਹੋਏ ਤਾਂ ਕਹਿੰਦੇ ਫਿਰ ਪਤਾ ਲੱਗਦਾ। ਬਹੁਤ ਭੁਲੇਖਾ ਆ ਇਸ ਗੱਲ ਦਾ, ਇਹ ਹੰਕਾਰ ਦਾ ਸ਼ਿਖਰ ਆ ਕਿਸੇ ਵੀ ਸਰਕਾਰ ਦਾ। ਮੈਂ ਨਹੀਂ ਕਹਿੰਦਾ ਕਿ ਹੁਣ ਇਹ ਬੀਜੇਪੀ ਦੀ ਸਰਕਾਰ ਹੈ ਜਾਂ ਕਿਸੇ ਵੀ ਸਰਕਾਰ ਦਾ ਮੰਤਰੀ, ਆਪਣੇ ਮੁੱਖ ਮੰਤਰੀ ਸਟੇਟ ਦਾ ਆਪਣੇ ਪ੍ਰਾਂਤ ਦੇ ਕਿਸਾਨਾਂ ਦੇ ਕਿਸੇ ਅੰਦੋਲਨ ਨੂੰ ਇਹ ਗੱਲ ਕਹਿ ਰਿਹਾ ਕਿ ਜੇ ਸਾਹਮਣੇ ਹੋਵਾਂਗੇ, ਇਹਨਾਂ ਨੂੰ ਇਹ ਗੱਲ ਭੁੱਲ ਗਈ ਕਿ ਇਹ ਡੈਮੋਕ੍ਰੈਟਿਕ ਸਰਕਾਰ ਦੇ ਵਿੱਚ ਚੁਣੇ ਹੋਏ ਮੁੱਖ ਮੰਤਰੀ ਨੇ, ਲੋਕਾਂ ਦੁਆਰਾ ਚੁਣੇ ਹੋਏ। ਇਹ ਜਿਨ੍ਹਾਂ ਲੋਕਾਂ ਨਾਲ ਸਾਹਮਣਾ ਕਰਨ ਦੀ ਗੱਲ ਕਰਦਾ ਹੈ, ਇਹਨਾਂ ਲੋਕਾਂ ਦਾ ਇਹਨਾਂ ਨੇ ਸਾਹਮਣਾ ਕਰਨਾ ਆ। ਕੁਝ ਸਾਲ ਦੀ ਗੱਲ ਆ, ਸਾਲ 2 ਸਾਲ ਦੀ ਗੱਲ ਆ, ਜਿੱਦਣ ਚੋਣਾਂ ਹੋਣੀਆਂ ਇਹਨਾਂ ਹੀ ਲੋਕਾਂ ਦੇ ਪੈਰ ਫੜਨੇ ਆ, ਇਹਨਾਂ ਲੋਕਾਂ ਨੇ ਵੋਟਾਂ ਪਾਉਣੀਆਂ ਤੇ ਇਹਨਾਂ ਲੋਕਾਂ ਨੇ ਹੀ ਤੁਹਾਨੂੰ ਫਿਰ ਮੁੱਖ ਮੰਤਰੀ ਬਣਾਉਣਾ ਆ ਜੇ ਤੁਹਾਡੇ ਕਰਮ ਸਿੱਧੇ ਹੋਏ ਤਾਂ। ਪਰ ਜਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ ਤਾਂ ਲੱਗਦਾ ਨਹੀਂ। ਬਿਲਗਾ ਸਾਹਿਬ ਨੇ ਬਿਲਕੁਲ ਸਹੀ ਗੱਲ ਦੱਸੀ ਆ ਕਿ ਖਾਪ ਪੰਚਾਇਤਾਂ ਵੀ ਇਹਨਾਂ ਦੇ ਖਿਲਾਫ ਹੋ ਰਹੀਆਂ। ਚੌਟਾਲਾ ਸਾਹਿਬ ਵੀ ਜੇਲ੍ਹ ਚੋਂ ਬਾਹਰ ਆ ਗਏ ਆ ਤੇ ਜਿੱਦਾਂ ਦਾ ਕਿਸਾਨ ਅੰਦੋਲਨ ਦੇ ਨਾਲ ਇਹਨਾਂ ਦਾ ਵਰਤਾਰਾ ਰਿਹਾ ਆ, ਸਭ ਤੋਂ ਵੱਧ ਜੇ ਕਿਤੇ ਲੀਡਰਸ਼ਿਪ ਦਾ ਵਿਰੋਧ ਹੋਇਆ ਤਾਂ ਉਹ ਹਰਿਆਣੇ 'ਚ ਹੋਇਆ। ਪੰਜਾਬ 'ਚ ਵੀ ਇੰਨਾ ਵਿਰੋਧ ਨਹੀਂ ਹੋਇਆ। ਹਰਿਆਣੇ 'ਚ ਇਹਨਾਂ ਦੀ ਸਰਕਾਰ ਸੀ, ਇਹਨਾਂ ਦੇ ਸਾਹਮਣੇ ਉਹ ਲੰਘ ਕੇ ਗਏ ਆ, ਇਹਨਾਂ ਨੇ ਸੜਕਾਂ ਪੱਟੀਆਂ, ਉਹਨਾਂ ਨੇ ਪੂਰੀਆਂ, ਇਹਨਾਂ ਨੇ ਪਰਚੇ ਕੀਤੇ ਆ। ਹਾਲੇ ਤੱਕ ਕਿਸੇ ਨੂੰ ਗ੍ਰਿਫਤਾਰ ਕਰਨ ਦਾ ਹੌਸਲਾ ਨਹੀਂ ਪਿਆ। ਚੜੂਨੀ ਸਾਹਿਬ ਹਰਿਆਣੇ ਦੇ ਇੱਕਮਾਤਰ ਕਿਸਾਨ ਲੀਡਰ ਆ, ਉਹ ਹਾਲੇ ਵੀ ਜਦੋਂ ਬੋਲਦੇ ਇਹਨਾਂ ਦੇ ਖਿਲਾਫ ਬੋਲਦੇ, ਇਹਨਾਂ ਨੇ ਭਾਵੇਂ 20 ਪਰਚੇ ਦਰਜ ਕੀਤੇ ਹੋਣੇ, ਹਾਲੇ ਤੱਕ ਉਹਨਾਂ ਦਾ ਕੁਝ ਵਿਗਾੜ ਨਹੀਂ ਸਕੇ। ਇਹ ਜਿਹੋ ਜਿਹੀਆਂ ਗੱਲਾਂ ਕਰਦੇ ਨੇ ਇਹ ਬਹੁਤ ਮਾੜੀਆਂ ਨੇ। ਜਸਵੰਤ ਸਿੰਨ੍ਹਾ ਦੀ ਇਹਨਾਂ ਨੇ ਗੱਲ ਕੀਤੀ, ਉਹ ਹਿੰਦੁਸਤਾਨ ਦੇ ਵਿੱਚ ਇੱਕ ਇਹੋ ਜਿਹਾ ਗੱਠਜੋੜ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਆ ਜਿਹੜਾ ਬੀਜੇਪੀ ਦੇ ਖਿਲਾਫ ਹੈ। ਪਰ ਇਹਨਾਂ ਨੂੰ ਖੱਟੜ ਸਾਹਿਬ ਨੂੰ ਘੱਟੋ ਘੱਟ ਸ਼ਾਮ ਨੂੰ ਕਿਸੇ ਬੰਦ ਕਮਰੇ 'ਚ ਬੈਠ ਕੇ ਠੰਡਾ ਪਾਣੀ ਪੀ ਕੇ ਆਪਣਾ ਹੀ ਬਿਆਨ ਸੁਣਨਾ ਚਾਹੀਦਾ ਕਿ ਜੋ ਕਹਿ ਰਹੇ ਨੇ ਉਹਦੇ ਅਸਰ ਕੀ ਹੋਣਗੇ ਤੇ ਉਹਦਾ ਤੁਹਾਡੀ ਪਾਰਟੀ ਤੇ ਕੀ ਅਸਰ ਹੋਵੇ। ਜੀ ਕਿਸਾਨੀ ਮੁੱਦਾ ਤੇ ਇੰਨਾ ਵਿਸ਼ਾਲ ਮੁੱਦਾ ਆ ਕਿ ਅਸੀਂ ਕਈ ਘੰਟੇ ਇਸ ਤੇ ਬੋਲ ਸਕਦੇ ਹਾਂ, ਪਰ ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੋ ਗਿਆ। ਸ਼ਰਮਾ ਜੀ, ਬਿਲਗਾ ਜੀ, ਪ੍ਰੋਗਰਾਮ 'ਚ ਆਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਧੰਨਵਾਦ।
ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।